Hello and welcome to all of you on our YouTube channel that is Balaji Education Point. Today we cover the topic of senses मतलब कि जनगणना. It is the most important topic for our paper. ठीक है जी, upper paper ਦੇ part of view ਦੇ ਨਾਲ ਇਹ most important topic ਹੈ ਕਿਉਂਕਿ senses ਦੇ ਉੱਤੇ ਕੋਈ ਨਾ ਕੋਈ fact ਕੋਈ ਨਾ ਕੋਈ question ਜੋ ਹੈ ਆਪਣੇ ਪੇਪਰ ਦੇ ਵਿੱਚ ਆ ਜਾਂਦਾ ਹੈ। ਇਸ ਟੌਪਿਕ ਦੇ ਵਿੱਚ ਆਪਾਂ ਸੈਂਸਿਸ ਦੀ ਹਿਸਟਰੀ ਨੂੰ ਕਵਰ ਕਰਾਂਗੇ। ਦੇਖੋ ਇਸ ਦੇ ਵਿੱਚ ਮੈਂ ਤੁਹਾਨੂੰ ਇਸ ਦੇ ਸੈਂਸਿਸ ਦੇ ਜੋ ਫੈਕਟ ਵਗੈਰਾ ਨੇ ਉਹ ਨਹੀਂ ਕਰਾਉਂਗਾ ਕਿਉਂਕਿ ਫੈਕਟ ਦੇ ਲਈ ਅਗਰ ਤੁਸੀਂ ਫੈਕਟ ਜਾਣਨਾ ਚਾਹੁੰਦੇ ਹੋ 2011 ਦੇ ਸੈਂਸਿਸ ਦੇ ਰਿਲੇਟਡ ਤਾਂ ਤੁਸੀਂ ਮੇਰੀਆਂ ਦੋ ਵੀਡੀਓਜ਼ ਨੇ ਇੰਟਰੋਡਕਸ਼ਨ ਆਫ ਇੰਡੀਆ, ਠੀਕ ਹੈ, ਭਾਰਤ ਇੱਕ ਜਾਣ ਪਛਾਣ, ਉਹ ਦੋਨੋਂ ਵੀਡੀਓਜ਼ ਨੇ, ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ। ਉਸ ਦੇ ਲਿੰਕ ਨੇ ਜੋ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ, ਠੀਕ ਹੈ। ਸੈਂਸਿਸ ਦੀ ਲੈਕਚਰ ਦੇ ਵਿੱਚ ਆਪਾਂ ਓਨਲੀ ਹਿਸਟਰੀ ਜੋ ਸੈਂਸਿਸ ਹੈ, ਫਸਟ ਸੈਂਸਿਸ ਕਦੋਂ ਹੋਇਆ, ਵਾਇਸਰਾਏ ਕੌਣ ਸੀ ਇੰਡੀਆ ਦਾ, ਇਹ ਸਾਰਾ ਕੁਝ ਆਪਾਂ ਡਿਸਕਸ ਕਰਾਂਗੇ, ਠੀਕ ਹੈ ਜੀ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ I introduce myself Baras Soman and this lecture is presented by me। ਇਸ ਤੋਂ ਇਲਾਵਾ ਅਗਰ ਤੁਸੀਂ ਸਾਡੇ ਕਿਸੇ ਵੀ ਲੈਕਚਰ ਦੀ PDF, ਠੀਕ ਹੈ ਜੀ, ਵਰਕਸ਼ੀਟ ਜਾਂ ਫਿਰ MCQs ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਅਫੀਸ਼ੀਅਲ ਜੋ ਟੈਲੀਗ੍ਰਾਮ ਗਰੁੱਪ ਹੈ ਬਾਲਾਜੀ ਐਜੂਕੇਸ਼ਨ ਪੁਆਇੰਟ, ਇਸ ਨੂੰ ਜੁਆਇਨ ਕਰ ਸਕਦੇ ਹੋ। ਇਟ ਇਜ਼ ਆਵਰ ਲੋਗੋ, ਠੀਕ ਹੈ, ਇਟ ਇਜ਼ ਆਵਰ ਅਫੀਸ਼ੀਅਲ ਲੋਗੋ, ਠੀਕ ਹੈ, ਇਸ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਤੇ ਤੁਸੀਂ ਜੋ ਟੈਲੀਗ੍ਰਾਮ ਲਿੰਕ ਹੈ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਇਸ ਲਿੰਕ ਨੂੰ ਵੀ, ਠੀਕ ਹੈ ਜੀ, ਫਿਲ ਕਰਕੇ ਸਾਡੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ। ਬਾਕੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਸਾਡਾ ਟੈਲੀਗ੍ਰਾਮ ਗਰੁੱਪ ਦਾ ਜੋ ਲਿੰਕ ਹੈ ਉਹ ਮਿਲ ਜਾਵੇਗਾ। ਇਸ ਤੋਂ ਇਲਾਵਾ ਸਾਡਾ ਇੱਕ ਕੋਰਸ ਹੈ ਜੋ ਸਪੈਸ਼ਲ ਫॉर ETT ਚੱਲਦਾ ਹੈ, ਤਾਂ ਤੁਸੀਂ ਇਸ ਲਿੰਕ ਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਜੋ ਐਪ ਹੈ ਉਸ ਦੇ ਵਿੱਚ ਫਿਲ ਕਰਕੇ ਸਾਡਾ ETT ਵਾਲਾ ਟੈਲੀਗ੍ਰਾਮ ਗਰੁੱਪ ਹੈ ਜੋ ਉਸ ਨੂੰ ਜੁਆਇਨ ਕਰ ਸਕਦੇ ਹੋ, ਠੀਕ ਹੈ। ਤਾਂ ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ। ਦੇਖੋ ਸਭ ਤੋਂ ਫਸਟ ਜੋ ਕੁਐਸਚਨ ਹੈ ਕਿ ਵਾਟ ਇਜ਼ ਸੈਂਸਿਸ, ਸੈਂਸਿਸ ਹੁੰਦੇ ਕੀ ਨੇ। ਦੇਖੋ ਸੈਂਸਿਸ ਕੀ ਹੈ, ਇੱਕ ਪ੍ਰੋਸੈਸ ਹੈ ਜਿਸ ਵਿੱਚ ਕੋਈ ਡਾਟਾ ਹੈ ਜੋ ਉਹ ਕਲੈਕਟ ਕੀਤਾ ਜਾਂਦਾ ਹੈ, ਕੰਪਾਈਲ ਕੀਤਾ ਜਾਂਦਾ ਹੈ, ਐਨਾਲਾਈਜ਼ ਕੀਤਾ ਜਾਂਦਾ ਹੈ ਤੇ ਪਬਲਿਸ਼ ਕੀਤਾ ਜਾਂਦਾ ਹੈ। ਕਲੈਕਟ ਮਤਲਬ ਦੇਸ਼ ਦੇ ਹਰ ਇੱਕ ਜੋ ਹੈ ਕੋਨੇ ਦੇ ਵਿੱਚ ਘੁੰਮ ਕੇ ਹਰ ਇੱਕ ਏਰੀਆ ਦੇ ਵਿੱਚ ਜਾ ਕੇ ਉਸ ਜਗ੍ਹਾ ਦੀ ਜੋ ਵੀ, ਠੀਕ ਹੈ, ਲਿਟਰੇਸੀ ਰੇਟ, ਜੋ ਵੀ ਸੈਕਸ ਰੇਸ਼ੋ, ਡੋਮੈਸਟਿਕ, ਉਹ ਸਭ ਨੂੰ ਕਲੈਕਟ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਲਿਸਟ ਵਾਈਜ਼ ਲਗਾਇਆ ਜਾਂਦਾ ਹੈ, ਕੰਪਾਈਲ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਐਨਾਲਾਈਜ਼ ਦਾ ਮਤਲਬ ਉਸ ਉੱਤੇ ਡਿਸਕਸ਼ਨ ਹੁੰਦੀ ਹੈ। ਉਸ ਤੋਂ ਬਾਅਦ ਉਸ ਨੂੰ ਆਮ ਲੋਕਾਂ ਦੇ ਲਈ ਪਬਲਿਸ਼ ਕੀਤਾ ਜਾਂਦਾ ਹੈ, ਠੀਕ ਹੈ ਜੀ। ਤਾਂ ਇਸ ਸਾਰੀ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ ਹੈ, ਇਸ ਸਾਰੀ ਪ੍ਰੋਸੈਸ ਨੂੰ ਕਿਹਾ ਜਾਂਦਾ ਹੈ ਸੈਂਸਿਸ ਮਤਲਬ ਕਿ ਜਨਗਣਨਾ। The process of collecting, compiling, analyzing and publishing data at a specific time that is known as census। ਤੇ census mainly two type ਦੇ ਹੁੰਦੇ ਨੇ, ਇੱਕ ਹੁੰਦਾ on the basis of population, ਠੀਕ ਹੈ, population based census ਹੁੰਦੇ ਨੇ, ਤੇ ਇੱਕ ਹੁੰਦੇ ਨੇ economic census, ਠੀਕ ਹੈ, economy ਦੇ base, ਠੀਕ ਹੈ। ਦੋ ਤਰ੍ਹਾਂ ਦੇ census ਨੇ, population based and economy based। ਸਟੱਡੀ ਆਫ ਪੋਪੂਲੇਸ਼ਨ, ਜੋ ਪੋਪੂਲੇਸ਼ਨ ਦੀ ਸਟੱਡੀ ਹੈ, ਜਨਸੰਖਿਆ ਦੀ, ਠੀਕ ਹੈ, ਸਟੱਡੀ ਹੈ, ਉਸਨੂੰ ਕੀ ਕਿਹਾ ਜਾਂਦਾ ਹੈ, ਉਸਨੂੰ ਕਿਹਾ ਜਾਂਦਾ ਹੈ ਡੈਮੋਗ੍ਰਾਫੀ। The study of population is known as demography। ਉਸ ਤੋਂ ਇਲਾਵਾ ਆਪਣੇ ਯਾਦ ਰੱਖਣਾ ਹੈ, ਸੈਂਸਿਸ ਦੇ ਵਿੱਚ ਕਈ ਵਾਰ ਪੁੱਛ ਲੈਂਦੇ ਨੇ ਕਿ ਪੀਰੀਅਡ ਆਫ ਸਟੈਗਨੈਂਟ ਪੋਪੂਲੇਸ਼ਨ ਕਿਸ ਨੂੰ ਕਹਿੰਦੇ ਨੇ। ਮਤਲਬ ਕਿ ਸਟੈਗਨੈਂਟ ਦਾ ਮਤਲਬ ਹੁੰਦਾ ਹੈ ਰੁਕੀ ਹੋਈ, ਠੀਕ ਹੈ, ਰੁਕੀ ਹੋਈ ਜੋ ਪੋਪੂਲੇਸ਼ਨ ਸੀ ਜਿਸ ਵਿੱਚ ਪੋਪੂਲੇਸ਼ਨ ਗਰੋਥ ਨਾ ਹੀ ਵੱਧ ਰਹੀ ਸੀ ਨਾ ਹੀ ਘਟ ਰਹੀ ਸੀ। ਤਾਂ ਇੱਕ ਤਰ੍ਹਾਂ ਨਾਲ ਜੋ ਪੋਪੂਲੇਸ਼ਨ ਗਰੋਥ ਸੀ ਉਹ ਸਟੇਬਲ ਹੋ ਗਈ ਸੀ, ਕੌਨਸਟੈਂਟ ਹੋ ਗਈ ਸੀ। ਤਾਂ ਉਹ ਕਿਹੜਾ ਟਾਈਮ ਪੀਰੀਅਡ ਹੈ, ਉਹ ਹੈ 1891 ਤੋਂ ਲੈ ਕੇ 1921 ਤੱਕ। 1891 ਤੋਂ ਲੈ ਕੇ 1921 ਤੱਕ ਦੇ ਟਾਈਮ ਪੀਰੀਅਡ ਨੂੰ ਕੀ ਕਿਹਾ ਜਾਂਦਾ ਹੈ, ਸਟੈਗਨੈਂਟ ਪੋਪੂਲੇਸ਼ਨ, ਠੀਕ ਹੈ ਜੀ, ਸਟੈਗਨੈਂਟ ਪੋਪੂਲੇਸ਼ਨ ਕਿਹਾ ਜਾਂਦਾ ਹੈ। 1921 ਤੋਂ ਲੈ ਕੇ 1951 ਤੱਕ ਦੇ ਟਾਈਮ ਪੀਰੀਅਡ ਨੂੰ ਕਿਹਾ ਜਾਂਦਾ ਹੈ ਪੀਰੀਅਡ ਆਫ ਸਟੈਡੀ ਗਰੋਥ। ਮਤਲਬ ਕਿ ਇਸ ਵਿੱਚ ਪੋਪੂਲੇਸ਼ਨ ਵਧੀ ਸੀ ਬਟ ਹਲਕੀ ਹਲਕੀ, ਠੀਕ ਹੈ, ਗਰੋ ਹੋ ਰਹੀ ਸੀਗੀ, ਹਲਕੀ ਹਲਕੀ ਹਾਈ ਹੋ ਰਹੀ ਸੀ। 1951 ਤੋਂ ਲੈ ਕੇ 1981 ਤੱਕ ਦੇ ਟਾਈਮ ਪੀਰੀਅਡ ਨੂੰ ਕਿਹਾ ਜਾਂਦਾ ਹੈ ਪੀਰੀਅਡ ਆਫ ਹਾਈ ਗਰੋਥ, ਜਿਸ ਵਿੱਚ ਜੋ ਪੋਪੂਲੇਸ਼ਨ ਗਰੋਥ ਹੈ ਇੱਕਦਮ ਬਹੁਤ ਹਾਈ ਚਲੀ ਗਈ ਸੀਗੀ, ਠੀਕ ਹੈ ਜੀ। ਜੋ ਐਜ਼ ਕੰਪੈਰੀਜ਼ਨ 1921 1931 ਇਨ ਦੀ ਸੈਂਸਿਸ ਦੇ ਕੰਪੈਰੀਜ਼ਨ 1951 ਤੋਂ ਲੈ ਕੇ 1981 ਦੇ ਵਿੱਚ ਜੋ ਪੋਪੂਲੇਸ਼ਨ ਗਰੋਥ ਹੈ ਬਹੁਤ ਜ਼ਿਆਦਾ ਹਾਈ ਚਲੀ ਗਈ ਸੀ। ਤੇ 1981 ਤੋਂ ਲੈ ਕੇ 2011 ਵਿੱਚ ਇੱਕ ਵਾਰ ਫਿਰ ਤੋਂ, ਠੀਕ ਹੈ, ਪੋਪੂਲੇਸ਼ਨ ਰੇਟ ਦੇ ਵਿੱਚ ਕੁਛ, ਠੀਕ ਹੈ, ਜੋ ਹੈ ਆਪਾਂ ਨੂੰ ਨੈਗੇਟਿਵਿਟੀ ਦੇਖਣ ਨੂੰ ਮਿਲੀ। ਇਸ ਨੂੰ ਕਿਹਾ ਜਾਂਦਾ ਹੈ ਪੀਰੀਅਡ ਆਫ ਡਿਕਲਾਈਨਿੰਗ ਰੇਟ। ਇਹ ਆਪਾਂ ਨੇ ਯਾਦ ਰੱਖਣਾ ਹੈ, ਠੀਕ ਹੈ, ਕਿ 1891 ਤੋਂ ਲੈ ਕੇ 21 ਤੱਕ ਨੂੰ ਕਿਹਾ ਜਾਂਦਾ ਹੈ ਸਟੈਗਨੈਂਟ ਪੋਪੂਲੇਸ਼ਨ, ਪੀਰੀਅਡ ਆਫ ਸਟੈਗਨੈਂਟ ਪੋਪੂਲੇਸ਼ਨ। 1921 to 1951 ਕਿਹਾ ਜਾਂਦਾ ਹੈ ਪੀਰੀਅਡ ਆਫ ਸਟੈਡੀ ਗਰੋਥ। 1951 to 1981 ਕਿਹਾ ਜਾਂਦਾ ਹੈ ਪੀਰੀਅਡ ਆਫ ਹਾਈ ਗਰੋਥ ਐਂਡ 1981 to 2011 is known as period of declining rate। ਇਸ ਤੋਂ ਇਲਾਵਾ ਇੱਕ ਕੁਐਸਚਨ ਹੁੰਦਾ ਹੈ ਕਿ which year is known as, ਠੀਕ ਹੈ, year of great divide। ਤਾਂ 1921 is known as, ਠੀਕ ਹੈ, year of great divide, great divide।
क्योंकि इस तो पहला जो सीगी ठीक है पॉपूलेशन सीगी वो एक तरह रुकी हुई सीगी, ਜਾਂ ਫਿਰ ਕਹਿ ਸਕਦੇ ਹਾਂ ਕਿ ਪੋਪੂਲੇਸ਼ਨ ਦੇ ਵਿੱਚ ਨੈਗੇਟਿਵ ਗਰੋਥ ਦੇਖੀ ਜਾ ਰਹੀ ਸੀ ਕਿ ਪੋਪੂਲੇਸ਼ਨ ਵੱਧ ਨਹੀਂ ਰਹੀ ਸੀ, ਪੋਪੂਲੇਸ਼ਨ ਜਾਂ ਤਾਂ ਘਟ ਜਾਂਦੀ ਸੀ ਜਾਂ ਫਿਰ ਰੁਕ ਜਾਂਦੀ ਸੀ। ਬਟ 1921 ਤੋਂ ਬਾਅਦ ਜੋ ਪੋਪੂਲੇਸ਼ਨ ਦੇ ਵਿੱਚ ਕੀ ਆਉਣ ਲੱਗੀ, ਗਰੋਥ ਹੋਣ ਲੱਗੀ, ਜੋ ਕਿ ਕਦੇ ਵੀ ਬਾਅਦ ਵਿੱਚ ਨੈਗੇਟਿਵ ਦੇ ਵਿੱਚ ਨਹੀਂ ਗਈ, ਹਮੇਸ਼ਾ ਪੋਜ਼ਿਟਿਵ ਦੇ ਵਿੱਚ ਹੀ ਰਹੀ। ਇਸ ਕਾਰਨ ਜੋ ਸੀ 1921 ਨੂੰ ਕੀ ਕਿਹਾ ਜਾਂਦਾ ਹੈ, ਈਅਰ ਆਫ ਗ੍ਰੇਟ ਡਿਵਾਈਡ। ਮੋਸਟ ਇੰਪੋਰਟੈਂਟ ਕੁਐਸਚਨ, ਇਹ ਤੁਸੀਂ ਯਾਦ ਰੱਖਣਾ ਹੈ ਠੀਕ ਹੈ। ਤਾਂ ਕੁਐਸਚਨ ਆ ਜਾਂਦਾ ਹੈ ਕਿ ਵਿਚ ਈਅਰ ਇਜ਼ ਨਾਊਨ ਐਜ਼ ਈਅਰ ਆਫ ਗ੍ਰੇਟ ਡਿਵਾਈਡ, that is 1921। ਹੁਣ ਆਉਂਦੀ ਹੈ ਆਪਣੀ ਜੋ ਸੈਂਸਿਸ ਦੀ ਹਿਸਟਰੀ ਹੈ। ਜੋ ਆਪਣੇ ਫਸਟ ਸੈਂਸਿਸ ਸੀਗੇ ਉਹ ਕੰਡਕਟ ਕੀਤੇ ਗਏ ਸੀ 1872 ਦੇ ਵਿੱਚ ਠੀਕ ਹੈ। ਫਸਟ ਸੈਂਸਿਸ ਵਾਸ ਕੰਡਕਟਡ ਇਨ 1872 ਅੰਡਰ ਬ੍ਰਿਟਿਸ਼ ਰੂਲ। ਉਸ ਟਾਈਮ ਆਪਣੇ ਤੇ ਬ੍ਰਿਟਿਸ਼ ਰਾਜ ਕਰਦੇ ਸੀਗੇ ਤੇ ਉਸ ਟਾਈਮ ਜਦੋਂ 1872 ਦੇ ਵਿੱਚ ਜਦ ਫਸਟ ਸੈਂਸਿਸ ਹੋਏ ਸੀ ਉਸ ਵਕਤ ਜੋ ਆਪਣੇ ਵਾਇਸਰੋਏ ਸੀ ਉਹ ਕੌਣ ਸੀ, ਲਾਰਡ ਮਾਇਓ ਠੀਕ ਹੈ। ਲਾਰਡ ਮਾਇਓ ਵਾਸ ਦਾ ਵਾਇਸਰੋਏ ਆਫ ਇੰਡੀਆ ਇਨ 1872 ਦੇ ਵਿੱਚ। ਇਹ ਤਾਂ ਸੀਗੇ ਇੱਕ ਤਰ੍ਹਾਂ ਨਾਲ ਕਿਵੇਂ ਕਿ ਸੈਂਸਿਸ ਕਰਾ ਦਿੱਤੇ ਗਏ, ਬਟ ਜੋ ਓਰੀਜਨਲ ਸੈਂਸਿਸ ਕਹਿ ਲਈਏ ਜਾਂ ਫਿਰ ਓਫੀਸ਼ੀਅਲ ਸੈਂਸਿਸ ਜੋ ਕਿ ਹਰ ਇੱਕ 10 ਸਾਲ ਬਾਅਦ ਕੀਤੇ ਜਾਣਗੇ, ਇਹ ਲਾਅ ਪਾਸ ਕੀਤਾ ਗਿਆ ਸੀਗਾ ਠੀਕ ਹੈ। ਉਹ ਕੀਤਾ ਗਿਆ ਸੀ 1881 ਦੇ ਲਗਭਗ, ਤੇ 1881 ਤੋਂ ਜੋ ਸੈਂਸਿਸ ਹੋਏ ਉਹਨਾਂ ਵਿੱਚ ਫਿਕਸ ਕਰ ਦਿੱਤਾ ਗਿਆ ਸੀ ਕਿ ਹਰ 10 ਸਾਲ ਬਾਅਦ ਹੀ ਹੁਣ ਨੈਕਸਟ ਸੈਂਸਿਸ ਹੋਣਗੇ। ਦੇਖੋ ਉਰੇ ਕੀ ਸੀਗਾ, 1872 ਤੋਂ ਬਾਅਦ 1881 ਦੇ ਵਿੱਚ ਸੈਂਸਿਸ ਕੀਤੇ ਜਾਂਦੇ ਨੇ, ਜੋ ਕਿ ਲਗਭਗ ਕਿੰਨਾ ਬਣਦਾ ਹੈ, 9 ਸਾਲ ਦਾ ਟਾਈਮ ਪੀਰੀਅਡ ਬਣਦਾ ਹੈ। ਬਟ 1881 ਤੋਂ ਬਾਅਦ ਇਹ ਫਿਕਸ ਕਰ ਦਿੱਤਾ ਗਿਆ ਸੀ ਕਿ ਹੁਣ ਜੋ ਸੈਂਸਿਸ ਹੋਣਗੇ ਉਹ ਹਰੇਕ 10 ਸਾਲ ਬਾਅਦ ਕੀਤੇ ਜਾਣਗੇ, ਤੇ 1881 ਵਾਲੇ ਨੂੰ ਹੀ ਮੰਨਿਆ ਜਾਂਦਾ ਹੈ ਜੋ ਓਰੀਜਨਲ ਸੈਂਸਿਸ ਨੇ ਠੀਕ ਹੈ। ਅਗਰ ਪੇਪਰ ਵਿੱਚ ਆਏਗੀ ਫਸਟ ਸੈਂਸਿਸ ਕਿਹੜੇ ਨੇ ਇੰਡੀਆ ਦੇ, ਤਾਂ ਉਹ ਲਾ ਕੇ ਆਉਣਾ ਹੈ 1872 ਵਾਲਾ। ਬਟ ਅਗਰ ਪੁੱਛਿਆ ਜਾਵੇ ਕਿ ਕਿਸ ਸੈਂਸਿਸ ਤੋਂ ਬਾਅਦ ਇਹ ਗੱਲ ਫਿਕਸ ਹੋ ਗਈ ਸੀ ਕਿ 10 ਸਾਲ ਬਾਅਦ ਹੀ ਹਰ ਸੈਂਸਿਸ ਹੋਣਗੇ, ਤਾਂ ਉਹ ਹੋਣਗੇ 1881 ਦੇ। ਤੇ ਇਸ ਟਾਈਮ ਕੌਣ ਸੀਗਾ ਆਪਣਾ ਵਾਇਸਰੋਏ, ਲਾਰਡ ਰਿਪਨ ਠੀਕ ਹੈ। ਲਾਰਡ ਰਿਪਨ ਵਾਸ ਦਾ ਵਾਇਸਰੋਏ ਆਫ ਇੰਡੀਆ ਇਨ 1881 ਦੇ ਵਿੱਚ। ਤੇ ਇਸੇ ਕਾਰਨ ਹੀ ਜੋ ਇਹ ਗੱਲ ਇਹ ਲਾਅ ਫਿਕਸ ਹੋ ਗਿਆ ਸੀ ਕਿ ਹਰ 10 ਸਾਲ ਬਾਅਦ ਸੈਂਸਿਸ ਹੋਣਗੇ। ਇਸ ਕਾਰਨ ਹੀ ਲਾਰਡ ਰਿਪਨ ਨੂੰ ਕੀ ਕਿਹਾ ਜਾਂਦਾ ਹੈ, ਫਾਦਰ ਆਫ ਇੰਡੀਅਨ ਸੈਂਸਿਸ। ਤਾਂ ਕੁਐਸਚਨ ਆਵੇ ਕਿ ਫਾਦਰ ਆਫ ਇੰਡੀਅਨ ਸੈਂਸਿਸ ਕਿਸ ਨੂੰ ਕਿਹਾ ਜਾਂਦਾ ਹੈ, ਉਹ ਕਿਹਾ ਜਾਂਦਾ ਹੈ ਲਾਰਡ ਰਿਪਨ ਨੂੰ ਠੀਕ ਹੈ ਜੀ। ਇੱਕ ਤਰ੍ਹਾਂ ਨਾਲ ਜੋ 1881 ਦੇ ਸੈਂਸਿਸ ਸੀ ਉਹ ਕੰਪਲੀਟ ਸੈਂਸਿਸ ਸੀਗੇ ਠੀਕ ਹੈ, ਕੰਪਲੀਟ ਸੈਂਸਿਸ ਸੀਗੇ ਜੋ ਓਫੀਸ਼ੀਅਲ ਤੌਰ ਤੇ ਕੀਤੇ ਗਏ ਸੀਗੇ ਠੀਕ ਹੈ ਜੀ। ਤਾਂ ਜਿਸ ਵਿੱਚ ਇੱਕ ਸੈਂਸਿਸ ਕਮਿਸ਼ਨਰ ਅਪਾਇੰਟ ਕੀਤਾ ਗਿਆ ਸੀ ਜੋ ਕਿ ਸੈਂਸਿਸ ਦੀ ਜੋ ਸਾਰੀ ਪ੍ਰੋਸੈਸ ਸੀ ਉਸਦੀ ਜੋ ਪ੍ਰੋਗਰੈਸ ਸੀ ਸਭ ਨੂੰ ਚੈੱਕ ਕਰ ਰਿਹਾ ਸੀਗਾ। ਤਾਂ ਇੱਕ ਤਰ੍ਹਾਂ ਨਾਲ ਇੱਕ ਅਫੀਸ਼ੀਅਲ ਐਂਡ ਕੰਪਲੀਟ ਸੈਂਸਿਸ ਸੀਗੇ 1881 ਦੇ। ਇਸ ਕਾਰਨ ਹੀ ਲਾਰਡ ਰਿਪਨ ਨੂੰ ਇਹ ਸੈਂਸਿਸ ਕਰਾਉਣ ਕਰਕੇ ਕੀ ਕਿਹਾ ਜਾਂਦਾ ਹੈ, ਫਾਦਰ ਆਫ ਇੰਡੀਅਨ ਸੈਂਸਿਸ ਕਿਹਾ ਜਾਂਦਾ ਹੈ। ਇਹ ਆਪਾਂ ਨੇ ਯਾਦ ਰੱਖਣਾ ਹੈ। ਬਟ ਅਗਰ ਆਵੇ ਕਿ ਫਸਟ ਸੈਂਸਿਸ ਕਦੋਂ ਹੋਈ ਸੀ, ਉਹ ਹੋਈ ਸੀ 1872 ਐਟ ਦਾ ਟਾਈਮ ਆਫ ਲਾਰਡ ਮਾਇਓ ਠੀਕ ਹੈ। ਲਾਰਡ ਮਾਇਓ ਦੇ ਟਾਈਮ ਦੇ ਵਕਤ ਇਹ ਹੋਏ ਸੀਗੇ। ਇੱਕ ਕੁਐਸਚਨ ਹੁੰਦਾ ਹੈ ਕਿ ਮੋਟੋ ਆਫ 2011 ਸੈਂਸਿਸ ਜੋ ਆਪਣਾ 2011 ਦਾ ਸੈਂਸਿਸ ਹੋਇਆ ਹੈ ਉਸ ਦਾ ਮੋਟੋ ਕੀ ਸੀ, ਉਸ ਦਾ ਮੋਟੋ ਸੀਗਾ ਅਵਰ ਸੈਂਸਿਸ ਅਵਰ ਫਿਊਚਰ। ਮੋਸਟ ਇੰਪੋਰਟੈਂਟ ਕੁਐਸਚਨ ਠੀਕ ਹੈ ਜੀ। ਅਵਰ ਸੈਂਸਿਸ ਅਵਰ ਫਿਊਚਰ ਵਾਸ ਦਾ ਮੋਟੋ ਆਫ 2011 ਸੈਂਸਿਸ ਠੀਕ ਹੈ। 2011 ਦੇ ਸੈਂਸਿਸ ਦਾ ਮੋਟੋ ਕੀ ਸੀਗਾ, ਅਵਰ ਸੈਂਸਿਸ ਅਵਰ ਫਿਊਚਰ। ਜੋ ਸਾਰਾ ਪ੍ਰੋਸੀਜਰ ਹੈ ਠੀਕ ਹੈ, ਸੈਂਸਿਸ ਦਾ ਜੋ ਸਾਰਾ ਪ੍ਰੋਸੀਜਰ ਹੈ ਉਹ ਹੁੰਦਾ ਹੈ ਅੰਡਰ ਮਿਨਿਸਟਰੀ ਆਫ ਸਟੈਟਿਕਸ ਠੀਕ ਹੈ। ਮਿਨਿਸਟਰੀ ਆਫ ਸਟੈਟਿਕਸ ਦੇ ਅੰਡਰ ਆਉਂਦਾ ਹੈ ਜੋ ਸਾਰਾ ਪ੍ਰੋਸੀਜਰ ਹੈ ਸੈਂਸਿਸ ਦਾ। ਤੇ ਤੁਸੀਂ ਮੈਨੂੰ ਕਮੈਂਟ ਵਿੱਚ ਦੱਸੋਗੇ ਮਿਨਿਸਟਰੀ ਆਫ ਸਟੈਟਿਕਸ ਦੇ ਮਿਨਿਸਟਰ ਕੌਣ ਨੇ ਐਟ ਟਾਈਮ ਠੀਕ ਹੈ। ਐਟ ਪ੍ਰੈਜ਼ੈਂਟ ਟਾਈਮ ਮਿਨਿਸਟਰ ਹੂ ਇਜ਼ ਦਾ ਮਿਨਿਸਟਰ ਆਫ ਠੀਕ ਹੈ ਸਟੈਟਿਕਸ, ਇਹ ਤੁਸੀਂ ਮੈਨੂੰ ਦੱਸਣਾ ਹੈ। ਤਾਂ ਜੋ ਸੈਂਸਿਸ ਦਾ ਸਾਰਾ ਪ੍ਰੋਸੀਜਰ ਹੈ, ਸੈਂਸਿਸ ਕਰਾਉਣ ਦਾ ਸਾਰਾ ਕੰਮ ਹੈ, ਉਹ ਕਿਸ ਦੇ ਅੰਡਰ ਆਉਂਦਾ ਹੈ, ਮਿਨਿਸਟਰੀ ਆਫ ਸਟੈਟਿਕਸ ਦੇ ਅੰਡਰ ਆਉਂਦਾ ਹੈ। 2011 ਦੇ ਵਿੱਚ ਜਦੋਂ ਸੈਂਸਿਸ ਹੋਏ ਸੀ ਉਸ ਵਕਤ ਜੋ ਆਪਣਾ ਹੋਮ ਸੈਕਟਰੀ ਸੀ ਉਹ ਕੌਣ ਸੀ, ਉਹ ਸੀਗੇ ਜੀਕੇ ਪਿਲਾਈ। ਜੀਕੇ ਪਿਲਾਈ ਵਾਸ ਦਾ ਹੋਮ ਸੈਕਟਰੀ ਡੂਰਿੰਗ ਸੈਂਸਿਸ 2011 ਠੀਕ ਹੈ। 2011 ਦੇ ਸੈਂਸਿਸ ਦੇ ਟਾਈਮ ਜੀਕੇ ਪਿਲਾਈ ਆਪਣੇ ਹੋਮ ਸੈਕਟਰੀ ਸੀਗੇ। ਤੇ ਤੁਹਾਨੂੰ ਮੈਂ ਕਿਹਾ ਸੀਗਾ ਕਿ ਸੈਂਸਿਸ ਜੋ ਕਰਵਾਉਂਦੇ ਨੇ ਉਸਦੀ ਜੋ ਸਾਰੀ ਪ੍ਰੋਸੈਸ ਹੈ, ਉਸਦਾ ਜੋ ਸਾਰਾ ਪ੍ਰੋਸੀਜਰ ਹੈ, ਉਸਦੀ ਜੋ ਠੀਕ ਹੈ ਹੈੱਡ ਹੁੰਦੇ ਨੇ, ਉਸ ਕਮੇਟੀ ਦੇ ਹੈੱਡ ਹੁੰਦੇ ਨੇ, ਉਹ ਉਸ ਨੂੰ ਕੀ ਕਿਹਾ ਜਾਂਦਾ ਹੈ, ਉਸ ਨੂੰ ਕਿਹਾ ਜਾਂਦਾ ਹੈ ਰਜਿਸਟਰਾਰ ਜਨਰਲ ਔਰ ਸੈਂਸਿਸ ਕਮਿਸ਼ਨਰ। ਤਾਂ 2011 ਦੇ ਜੋ ਸੈਂਸਿਸ ਹੋਏ ਸੀਗੇ ਉਸ ਵਕਤ ਸੈਂਸਿਸ ਕਮਿਸ਼ਨਰ ਕੌਣ ਸੀਗੇ, ਮੋਸਟ ਇੰਪੋਰਟੈਂਟ ਕੁਐਸਚਨ। ਤਾਂ ਉਹ ਕੌਣ ਸੀਗੇ, ਡਾਕਟਰ CM ਚੰਦਰਮੌਲੀ ਠੀਕ ਹੈ। ਡਾਕਟਰ CM ਚੰਦਰਮੌਲੀ ਵਾਸ ਦਾ ਰਜਿਸਟਰਾਰ ਜਨਰਲ ਐਂਡ ਸੈਂਸਿਸ ਕਮਿਸ਼ਨਰ ਆਫ ਇੰਡੀਆ ਫॉर ਦਾ 2011 ਇੰਡੀਅਨ ਸੈਂਸਿਸ। ਇਹ ਤੁਸੀਂ ਯਾਦ ਰੱਖਣਾ ਹੈ ਕਿ ਡਾਕਟਰ CM ਚੰਦਰਮੌਲੀ ਸੀਗੇ ਜੋ ਸੈਂਸਿਸ ਕਮਿਸ਼ਨਰ ਸੀਗੇ 2011 ਦੀ ਸੈਂਸਿਸ ਦੇ ਟਾਈਮ। ਨੈਕਸਟ ਤੇ ਇਹ ਤਾਂ ਸੀਗੇ 2011 ਦੀ ਸੈਂਸਿਸ ਦੇ ਟਾਈਮ ਠੀਕ ਹੈ ਚੰਦਰਮੌਲੀ। ਤੇ ਅਗਰ ਆ ਜਾਏ ਕਿ ਇੰਡੀਆ ਦੇ ਫਸਟ ਸੈਂਸਿਸ ਕਮਿਸ਼ਨਰ ਕੌਣ ਸੀ, ਤਾਂ ਉਹ ਸੀਗੇ WC
ਪਲੋਡਨ, ਠੀਕ ਹੈ। WC ਪਲੋਡਨ ਵਾਸ ਦਾ ਫਸਟ ਸੈਂਸਸ ਕਮਿਸ਼ਨਰ ਆਫ ਇੰਡੀਆ, ਤੇ ਇਹ ਕਿਸ ਵਕਤ ਸੀ ਜਦ ਕਿ ਇੰਡੀਆ ਦਾ ਫਸਟ ਕੰਪਲੀਟ ਸੈਂਸਸ ਹੋਇਆ ਸੀ 1881 ਵਾਲਾ। 1881 ਦੇ ਸੈਂਸਸ ਦੇ ਟਾਈਮ ਜੋ ਫਸਟ ਸੈਂਸਸ ਕਮਿਸ਼ਨਰ ਬਣੇ ਇੰਡੀਆ ਦੇ, ਉਹ ਕੌਣ ਸੀਗੇ? WC ਪਲੋਡਨ, ਠੀਕ ਹੈ। WC ਪਲੋਡਨ ਜੋ ਸੀਗੇ ਉਹ ਸੈਂਸਸ ਕਮਿਸ਼ਨਰ ਬਣੇ ਸੀਗੇ ਇੰਡੀਆ ਦੇ। ਇਸ ਕਾਰਨ ਹੀ ਜੋ 1881 ਦੇ ਸੈਂਸਸ ਨੂੰ ਕੀ ਕਿਹਾ ਜਾਂਦਾ ਹੈ? ਆਫੀਸ਼ੀਅਲ ਸੈਂਸਸ ਦੀ ਤਰ੍ਹਾਂ ਮੰਨਿਆ ਜਾਂਦਾ ਹੈ। ਤਾਂ ਯਾਦ ਰੱਖਣਾ ਹੈ ਕਿ ਇੰਡੀਆ ਦੇ ਜੋ ਫਸਟ ਸੈਂਸਸ ਕਮਿਸ਼ਨਰ ਸੀ ਉਹ ਕੌਣ ਸੀਗੇ? WC ਪਲੋਡਨ। ਜੋ 2011 ਦਾ ਸੈਂਸਸ ਹੈ, ਠੀਕ ਹੈ, 2011 ਦਾ ਸੈਂਸਸ ਉਹ ਟੋਟਲ ਕਿੰਨਵਾਂ ਐਡੀਸ਼ਨ ਹੈ ਸੈਂਸਸ ਦਾ? ਤਾਂ ਇਹ 15ਵਾਂ ਐਡੀਸ਼ਨ ਹੈ। ਅਗਰ ਤੁਸੀਂ ਲਾਉਣੇ ਹੋ 1872 ਦੇ ਵਿੱਚ ਫਸਟ ਸੈਂਸਸ ਹੋਇਆ ਸੀ, ਉਸ ਤੋਂ ਲੈ ਕੇ 2011 ਤੱਕ ਦਾ ਟਾਈਮ ਪੀਰੀਅਡ, ਤਾਂ ਟੋਟਲ 15 ਟਾਈਮ ਹੈ ਜੋ, ਠੀਕ ਹੈ ਜੀ, ਆਪਣੇ ਸੈਂਸਸ ਕੰਡਕਟ ਹੋ ਚੁੱਕੇ ਨੇ ਇੰਡੀਆ ਦੇ ਵਿੱਚ। ਤੇ 2021 ਦਾ ਜੋ ਸੈਂਸਸ ਹੋਏਗਾ ਉਹ 16ਵਾਂ ਸੈਂਸਸ ਹੋਏਗਾ, ਠੀਕ ਹੈ, ਉਹ 16th ਸੈਂਸਸ ਹੋਏਗਾ ਜੋ 2021 ਦੇ ਵਿੱਚ ਹੋਣਾ ਹੈ। ਦੇਖੋ ਇਹ ਤਾਂ ਹੋ ਗਿਆ ਜੋ ਟੋਟਲ ਸੀਗਾ, ਠੀਕ ਹੈ, ਟੋਟਲ 1872 ਤੋਂ ਲੈ ਕੇ 2011 ਤੱਕ। ਤਾਂ ਇਹ ਕਿੰਨਵਾਂ ਸੈਂਸਸ ਹੈ? 15 ਸੈਂਸਸ। ਕਈ ਵਾਰ ਕੁਐਸਚਨ ਆ ਜਾਂਦਾ ਕਿ ਆਫਟਰ ਇੰਡੀਪੈਂਡੈਂਸ 1947 ਤੋਂ ਬਾਅਦ ਜੋ 2011 ਦਾ ਸੈਂਸਸ ਹੈ ਉਹ ਕਿੰਨਵਾਂ ਐਡੀਸ਼ਨ ਹੈ ਸੈਂਸਸ ਦਾ? ਤਾਂ ਇਟ ਵਾਜ਼ 7th ਐਡੀਸ਼ਨ ਆਫ ਸੈਂਸਸ, ਠੀਕ ਹੈ, ਇਹ 7ਵਾਂ ਐਡੀਸ਼ਨ ਹੈ ਸੈਂਸਸ ਦਾ ਇੰਡੀਪੈਂਡੈਂਸ ਤੋਂ ਬਾਅਦ। ਇਹ ਯਾਦ ਰੱਖਣਾ ਹੈ। ਹੁਣ ਦੇਖੋ ਆਫਟਰ ਇੰਡੀਪੈਂਡੈਂਸ ਜੋ ਫਸਟ ਟਾਈਮ ਸੈਂਸਸ ਹੋਏ ਸੀ ਉਹ ਹੋਏ ਸੀ 1951 ਦੇ ਵਿੱਚ, ਠੀਕ ਹੈ। 1951 ਦੇ ਵਿੱਚ ਫਸਟ ਟਾਈਮ ਜੋ ਸੈਂਸਸ ਹੋਏ ਸੀਗੇ ਆਫਟਰ ਇੰਡੀਪੈਂਡੈਂਸ। ਉਸ ਵਕਤ ਜੋ, ਠੀਕ ਹੈ, 1951 ਦੇ ਟਾਈਮ ਕੁਐਸਚਨ ਆ ਜਾਂਦਾ ਕਿ ਆਫਟਰ ਇੰਡੀਪੈਂਡੈਂਸ, ਦੇਖੋ ਇਹ ਤਾਂ ਕੀ ਨੇਗੇ? ਫਸਟ ਸੈਂਸਸ ਕਮਿਸ਼ਨਰ WC ਪਲੋਡਨ। ਕਈ ਵਾਰ ਕੁਐਸਚਨ ਆ ਜਾਂਦਾ ਕਿ ਆਫਟਰ ਇੰਡੀਪੈਂਡੈਂਸ ਸੈਂਸਸ ਕਮਿਸ਼ਨਰ ਕੌਣ ਸੀ? ਠੀਕ ਹੈ, ਆਫਟਰ ਇੰਡੀਪੈਂਡੈਂਸ ਜੋ ਸੈਂਸਸ ਕਮਿਸ਼ਨਰ ਅਪਾਇੰਟ ਕੀਤੇ ਗਏ ਸੀ ਉਹ ਸੀਗੇ MWM ਜੀਟਸ। MWM ਜੀਟਸ ਇਹ 1948 ਦੇ ਵਿੱਚ ਅਪਾਇੰਟ ਕੀਤੇ ਗਏ ਸੀਗੇ, ਠੀਕ ਹੈ ਜੀ। ਆਫਟਰ ਇੰਡੀਪੈਂਡੈਂਟ ਜੋ ਫਸਟ, ਠੀਕ ਹੈ ਜੀ, ਸੈਂਸਸ ਕਮਿਸ਼ਨਰ ਬਣੇ ਇੰਡੀਆ ਦੇ ਉਹ ਕੌਣ ਸੀ? MWM ਜੀਟਸ 1948 ਵਿੱਚ ਅਪਾਇੰਟ ਕੀਤੇ ਗਏ। ਬਟ ਅਗਰ ਕੁਐਸਚਨ ਆਏ ਕਿ 1951 ਦੇ ਜੋ ਸੈਂਸਸ ਸੀ ਉਹ ਕਿਸ ਨੇ ਕੰਡਕਟ ਕਰਾਏ ਸੀਗੇ, ਉਸ ਵਕਤ ਸੈਂਸਸ ਕਮਿਸ਼ਨਰ ਕੌਣ ਸੀ? ਤਾਂ ਦੇਖੋ ਅਪਾਇੰਟ ਇਸ ਸੈਂਸਸ ਨੂੰ ਕੰਡਕਟ ਕਰਾਉਣ ਲਈ ਅਪਾਇੰਟ ਕਿਸ ਨੂੰ ਕੀਤਾ ਗਿਆ ਸੀਗਾ? MWM ਜੀਟਸ ਨੂੰ। ਬਟ ਇਹਨਾਂ ਦੀ ਜੋ ਹੈ 1951 ਦੇ ਸੈਂਸਸ ਤੋਂ ਪਹਿਲਾਂ ਹੀ ਕੀ ਹੋ ਜਾਂਦੀ ਹੈ? ਡੈਥ ਹੋ ਜਾਂਦੀ ਹੈ, ਠੀਕ ਹੈ। ਇਹਨਾਂ ਦੀ ਡੈਥ ਤੋਂ ਬਾਅਦ ਕਿਸ ਨੂੰ ਸੈਂਸਸ ਕਮਿਸ਼ਨਰ ਅਪਾਇੰਟ ਕੀਤਾ ਜਾਂਦਾ ਹੈ? ਉਹ ਕੀਤਾ ਜਾਂਦਾ ਹੈ RA ਗੋਪਾਲ ਸਵਾਮੀ। RA ਗੋਪਾਲ ਸਵਾਮੀ ਨੂੰ ਸੀਗੀ ਸੈਂਸਸ ਕਮਿਸ਼ਨਰ ਅਪਾਇੰਟ ਕੀਤਾ ਜਾਂਦਾ ਹੈ। ਤੇ RA ਗੋਪਾਲ ਸਵਾਮੀ ਹੀ ਕੀ ਬਣਦੇ ਨੇ? ਫਸਟ ਇੰਡੀਅਨ, ਉਰੇ ਯਾਦ ਰੱਖਣਾ ਹੈ, ਫਸਟ ਇੰਡੀਅਨ ਸੈਂਸਸ ਕਮਿਸ਼ਨਰ। ਦੇਖੋ ਠੀਕ ਹੈ ਕੀ ਗੱਲ ਹੋਈ, ਦੇਖੋ WC ਪਲੋਡਨ ਕੀ ਸੀਗੇ? ਫਸਟ ਸੈਂਸਸ ਕਮਿਸ਼ਨਰ ਸੀਗੇ ਇੰਡੀਆ ਦੇ। ਤੇ ਜੋ MWM ਜੀਟਸ ਕੀਤੇ ਨੇ ਆਫਟਰ ਇੰਡੀਪੈਂਡੈਂਟ ਫਸਟ, ਠੀਕ ਹੈ, ਸੈਂਸਸ ਕਮਿਸ਼ਨਰ ਸੀ ਇੰਡੀਆ ਦੇ। ਤੇ RA ਗੋਪਾਲ ਸਵਾਮੀ ਕੌਣ ਨੇ? ਉਹ ਫਸਟ ਇੰਡੀਅਨ ਜੋ ਕਿ ਅਪਾਇੰਟ ਹੋਏ ਸੈਂਸਸ ਕਮਿਸ਼ਨਰ, ਠੀਕ ਹੈ। ਜੋ ਸੈਂਸਸ ਕਮਿਸ਼ਨਰ ਅਪਾਇੰਟ ਹੋਏ ਉਹ ਕੌਣ ਸੀਗੇ? RA ਗੋਪਾਲ ਸਵਾਮੀ, ਠੀਕ ਹੈ। ਤਾਂ 1951 ਦੀ ਜੋ ਸੈਂਸਸ ਸੀ ਉਹ ਕਿਸਨੇ ਕੰਡਕਟ ਕਰਵਾਈ ਸੀ? ਇਟ ਵਾਸ ਕੰਡਕਟਡ ਬਾय RA ਗੋਪਾਲ ਸਵਾਮੀ। RA ਗੋਪਾਲ ਸਵਾਮੀ ਨੇ ਇਸ ਨੂੰ ਕੰਡਕਟ ਕਰਵਾਇਆ ਸੀਗਾ, ਠੀਕ ਹੈ ਜੀ। ਤੇ ਜੋ 2011 ਦਾ ਸੈਂਸਸ ਸੀਗੇ, ਠੀਕ ਹੈ, 2011 ਦੇ ਸੈਂਸਸ ਉਹਨਾਂ ਨੂੰ ਜੋ ਸਟਾਰਟ ਹੋ ਗਏ ਸੀ, ਜੋ ਸਰਵੇ ਕਰਨਾ ਸਟਾਰਟ ਹੋ ਗਿਆ ਸੀਗਾ, ਠੀਕ ਹੈ ਜੀ, ਕਲੈਕਸ਼ਨ ਕਰਨੀ ਸਟਾਰਟ ਹੋ ਗਈ ਸੀ, ਉਹ ਸਟਾਰਟ ਹੋ ਗਈ ਸੀ 1 ਅਪ੍ਰੈਲ 2010 ਦੇ ਵਿੱਚ। 1 ਅਪ੍ਰੈਲ 2010 ਵਿੱਚ ਸਟਾਰਟ ਹੋ ਗਈ ਤੇ ਇਸ ਦੀ ਜੋ ਰਿਪੋਰਟ ਹੈ ਇਟ ਵਾਸ ਪਬਲਿਸ਼ਡ ਔਨ 31 ਮਾਰਚ 2011। 31 ਮਾਰਚ 2011 ਨੂੰ ਦੇ ਵਿੱਚ ਨਿਊ ਦਿੱਲੀ ਦੇ ਵਿੱਚ ਇਸ ਦੀ ਜੋ ਰਿਪੋਰਟ ਹੈ ਇਸ ਨੂੰ ਪਬਲਿਸ਼ ਕੀਤਾ ਗਿਆ ਸੀਗਾ, ਠੀਕ ਹੈ। 1 ਅਪ੍ਰੈਲ 2011 ਦੇ ਵਿੱਚ ਸਰਵੇ ਸਟਾਰਟ ਹੁੰਦਾ ਹੈ ਤੇ 31 ਮਾਰਚ 2011 ਦੇ ਵਿੱਚ ਰਿਪੋਰਟ ਪਬਲਿਸ਼ ਕਰ ਦਿੱਤੀ ਜਾਂਦੀ ਹੈ ਨਿਊ ਦਿੱਲੀ ਦੇ ਵਿੱਚ, ਠੀਕ ਹੈ। ਇਹ ਆਪਾਂ ਯਾਦ ਰੱਖਣਾ ਹੈ। 2011 ਦੇ ਸੈਂਸਸ ਦੇ ਟਾਈਮ ਇੰਡੀਆ ਦੀ ਪ੍ਰੈਜ਼ੀਡੈਂਟ ਕੌਣ ਸੀ? ਤਾਂ ਪ੍ਰਤਿਭਾ ਪਾਟਿਲ ਸੀਗੇ ਜੋ ਉਹ ਇੰਡੀਆ ਦੇ ਪ੍ਰੈਜ਼ੀਡੈਂਟ ਸੀਗੇ। ਇਹ ਦੇਖੋ ਫਸਟ ਫੀਮੇਲ ਪ੍ਰੈਜ਼ੀਡੈਂਟ ਵੀ ਨੇ ਇੰਡੀਆ ਦੇ, ਫਸਟ ਫੀਮੇਲ ਪ੍ਰੈਜ਼ੀਡੈਂਟ ਵੀ ਨੇ ਇੰਡੀਆ ਦੇ, ਠੀਕ ਹੈ। ਆਪਾਂ ਯਾਦ ਰੱਖਣਾ ਹੈ ਫਸਟ ਫੀਮੇਲ ਪ੍ਰੈਜ਼ੀਡੈਂਟ ਆਫ ਇੰਡੀਆ। ਫਸਟ ਫੀਮੇਲ ਪ੍ਰੈਜ਼ੀਡੈਂਟ ਆਫ ਇੰਡੀਆ ਕੌਣ ਨੇ? ਪ੍ਰਤਿਭਾ ਪਾਟਿਲ। ਜੋ ਪ੍ਰੈਜ਼ੀਡੈਂਟ ਆਫ ਇੰਡੀਆ ਹੁੰਦਾ ਇਸ ਨੂੰ ਫਸਟ ਸਿਟੀਜ਼ਨ ਮੰਨਿਆ ਜਾਂਦਾ ਹੈ ਇੰਡੀਆ ਦਾ, ਠੀਕ ਹੈ। ਜਾਂ ਜੋ ਸੈਂਸਸ ਸੀਗੇ ਉਹ ਕਿਸ ਤੋਂ ਸਟਾਰਟ ਹੁੰਦੇ ਨੇ? ਪ੍ਰੈਜ਼ੀਡੈਂਟ ਤੋਂ। ਤਾਂ ਕੁਐਸਚਨ ਕਈ ਵਾਰ ਪੋਲਿਟੀ ਦੇ ਵਿੱਚ ਆ ਜਾਂਦਾ ਕਿ ਹੂ ਇਜ਼ ਨਾਊਨ ਐਜ਼, ਠੀਕ ਹੈ, ਫਸਟ ਸਿਟੀਜ਼ਨ ਆਫ ਇੰਡੀਆ। ਤਾਂ ਉਹ ਕੌਣ ਹੈ? ਉਹਨੇ ਪ੍ਰੈਜ਼ੀਡੈਂਟ ਆਫ ਇੰਡੀਆ। ਤੇ 2011 ਦੇ ਸੈਂਸਸ ਦੇ ਟਾਈਮ ਪ੍ਰਤਿਭਾ ਪਾਟਿਲ ਜੋ ਸੀਗੇ ਉਹ ਪ੍ਰੈਜ਼ੀਡੈਂਟ ਸੀ ਇੰਡੀਆ ਦੀ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈ।
ਉਸ ਤੋਂ ਬਾਅਦ ਆਉਂਦਾ ਹੈ ਕਿ ਵਾਈਸ ਪ੍ਰੈਜ਼ੀਡੈਂਟ ਕੌਣ ਸੀਗੇ, ਕਿਉਂਕਿ ਵਾਈਸ ਪ੍ਰੈਜ਼ੀਡੈਂਟ ਨੂੰ ਮੰਨਿਆ ਜਾਂਦਾ ਹੈ ਸੈਕਿੰਡ ਸਿਟੀਜ਼ਨ, ਠੀਕ ਹੈ, ਸੈਕਿੰਡ ਸਿਟੀਜ਼ਨ ਮੰਨਿਆ ਜਾਂਦਾ ਹੈ ਵਾਈਸ ਪ੍ਰੈਜ਼ੀਡੈਂਟ ਨੂੰ। ਤੇ ਉਸ ਵਕਤ ਹਾਮਿਦ ਅੰਸਾਰੀ ਜੋ ਸੀਗੇ ਉਹ 2011 ਦੇ, ਠੀਕ ਹੈ ਜੀ, ਸੈਂਸਸ ਦੇ ਟਾਈਮ ਵਾਈਸ ਪ੍ਰੈਜ਼ੀਡੈਂਟ ਸੀਗੇ ਇੰਡੀਆ ਦੇ। ਉਸੇ ਤਰ੍ਹਾਂ ਪ੍ਰਾਈਮ ਮਿਨਿਸਟਰ ਨੂੰ ਮੰਨਿਆ ਜਾਂਦਾ ਹੈ ਥਰਡ ਸਿਟੀਜ਼ਨਸ਼ਿਪ, ਠੀਕ ਹੈ, ਥਰਡ ਸਿਟੀਜ਼ਨ ਮੰਨਿਆ ਜਾਂਦਾ ਹੈ, ਤੀਸਰਾ ਨਾਗਰਿਕ ਮੰਨਿਆ ਜਾਂਦਾ ਹੈ ਦੇਸ਼ ਦਾ। ਤੇ ਡਾਕਟਰ ਮਨਮੋਹਨ ਸਿੰਘ ਉਸ ਵਕਤ ਕੀ ਸੀਗੇ, ਪ੍ਰਾਈਮ ਮਿਨਿਸਟਰ ਸੀਗੇ ਇੰਡੀਆ ਦੇ 2011 ਦੇ ਸੈਂਸਸ ਦੇ ਟਾਈਮ। ਇਹ ਆਪਾਂ ਨੇ ਯਾਦ ਰੱਖਣਾ ਹੈ। ਨੈਕਸਟ ਜੋ 2011 ਦੇ ਸੈਂਸਸ ਦੇ ਨੂੰ ਸਾਰੀ ਪ੍ਰੋਸੈਸ ਨੂੰ ਕੰਡਕਟ ਕਰਨ ਦੇ ਲਈ, ਠੀਕ ਹੈ, 1 ਅਪ੍ਰੈਲ 2010 ਤੋਂ ਲੈ ਕੇ 1 ਅਪ੍ਰੈਲ 2010 ਤੋਂ ਲੈ ਕੇ, ਠੀਕ ਹੈ, 31 ਮਾਰਚ 2011 ਤੱਕ ਜੋ ਸਾਰਾ ਪ੍ਰੋਸੈਸ ਹੋਈ, ਠੀਕ ਹੈ, ਸਾਰਾ ਸਰਵੇ ਚੱਲਿਆ, ਉਸ ਨੂੰ ਕੰਡਕਟ ਕਰਨ ਦੇ ਵਿੱਚ ਕਿੰਨਾ ਟੋਟਲ ਕੋਸਟ ਆਈ, ਕਿੰਨਾ ਖਰਚਾ ਆਇਆ, ਤਾਂ ਉਹ ਲਗਭਗ ਹੈ 22 ਬਿਲੀਅਨ ਰੁਪੀਜ਼, ਮਤਲਬ ਕਿ 2200 ਕਰੋੜ ਰੁਪਏ, 2200 ਕਰੋੜ ਰੁਪਏ ਖਰਚਾ ਆਇਆ ਸੀਗਾ, ਠੀਕ ਹੈ ਜੀ, ਮਤਲਬ 22 ਬਿਲੀਅਨ ਰੁਪੀਜ਼ ਦਾ ਖਰਚ ਆਇਆ ਸੀਗਾ 2011 ਦੀ ਸੈਂਸਸ ਨੂੰ ਕੰਡਕਟ ਕਰਾਉਣ ਦੇ ਵਿੱਚ। 2011 ਦੀ ਸੈਂਸਸ ਦੇ ਅਕੋਰਡਿੰਗ ਜੋ ਇੰਡੀਆ ਦੀ ਪੋਪੂਲੇਸ਼ਨ ਹੈ ਉਹ ਕਿੰਨੀ ਹੈ, 1 ਅਰਬ 21 ਕਰੋੜ। ਅਗਰ ਤੁਸੀਂ ਦੇਖਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ 1, ਠੀਕ ਹੈ ਜੀ, ਅਰਬ 21 ਕਰੋੜ 85 ਲੱਖ 4,977 ਜੋ ਕਿ ਹੈ, ਠੀਕ ਹੈ ਜੀ, ਆਪਣੀ ਪੋਪੂਲੇਸ਼ਨ ਹੈ ਇੰਡੀਆ ਦੀ। ਪਰ ਇੰਨੀ ਡਿਟੇਲ ਵਿੱਚ ਨਹੀਂ ਆਉਂਦਾ ਹੈ, ਕੋਈ ਕਿਤੇ ਵੀ ਕੁਐਸਚਨ ਨਹੀਂ ਪੁੱਛਿਆ ਜਾਂਦਾ, ਸਿਰਫ ਇੰਨਾ ਆ ਜਾਂਦਾ ਹੈ ਕਿ 121 ਕਰੋੜ ਦੇ ਲਗਭਗ ਜੋ ਹੈ ਪੋਪੂਲੇਸ਼ਨ ਸੀ ਇੰਡੀਆ ਦੀ। ਇਸ ਪੋਪੂਲੇਸ਼ਨ ਦੇ ਵਿੱਚ ਜੋ ਟੋਟਲ ਮੇਲ ਪੋਪੂਲੇਸ਼ਨ ਸੀ ਉਹ ਕਿੰਨੀ ਹੈ, 51 ਠੀਕ ਹੈ 54%, 51.54% ਟੋਟਲ ਪੋਪੂਲੇਸ਼ਨ ਦੀ ਪੋਪੂਲੇਸ਼ਨ ਕਿਹੜੀ ਹੈ, ਮੇਲ ਪੋਪੂਲੇਸ਼ਨ ਹੈ, ਤੇ 48.46% ਕਿਹੜੀ ਹੈ, ਫੀਮੇਲ ਪੋਪੂਲੇਸ਼ਨ ਹੈ। ਤੇ ਆਪਣੇ ਯਾਦ ਰੱਖਣਾ ਹੈ ਕਿ 51.54% ਹੈ ਮੇਲ ਪੋਪੂਲੇਸ਼ਨ ਤੇ 48.46% ਹੈ ਫੀਮੇਲ ਪੋਪੂਲੇਸ਼ਨ। ਇਹ ਆਪਾਂ ਨੇ ਯਾਦ ਰੱਖਣਾ ਹੈ, ਠੀਕ ਹੈ ਜੀ। ਨੈਕਸਟ ਦੇਖੋ ਇੱਕ ਗੱਲ ਦੱਸਣੀ ਰਹਿ ਗਈ, ਸੌਰੀ, ਇੱਕ ਵਾਰ ਮੈਂ ਦੱਸ ਦਿੰਦਾ ਤੁਹਾਨੂੰ। ਤੇ ਇਹ ਆਪਾਂ ਨੇ ਦੇਖਿਆ ਸੀਗਾ ਕਿ 15ਵਾਂ ਐਡੀਸ਼ਨ ਹੈ 2011 ਸੈਂਸਸ ਦਾ, ਠੀਕ ਹੈ, 2011 ਜੋ ਹੈ 15ਵਾਂ ਐਡੀਸ਼ਨ ਹੈ। ਤਾਂ ਕਈ ਵਾਰ ਕੁਐਸਚਨ ਆ ਜਾਂਦੀ ਕਿ 2021 ਸੈਂਸਸ ਕੀ ਹੋਏਗਾ, 16ਵਾਂ ਐਡੀਸ਼ਨ। ਤਾਂ ਕਈ ਵਾਰ ਕੁਐਸਚਨ ਕੀ ਪੁੱਛਦੇ ਨੇ ਕਿ 16ਵੇਂ ਐਡੀਸ਼ਨ ਦੇ ਵਿੱਚ ਜੋ ਸੈਂਸਸ ਕਮਿਸ਼ਨਰ ਹੈ ਉਹ ਕਿਸ ਨੂੰ ਅਪਾਇੰਟ ਕੀਤਾ ਗਿਆ ਹੈ, ਉਹ ਅਪਾਇੰਟ ਕੀਤਾ ਗਿਆ ਹੈ ਵਿਵੇਕ ਜੋਸ਼ੀ ਨੂੰ, ਠੀਕ ਹੈ, ਵਿਵੇਕ ਜੋਸ਼ੀ ਨੂੰ ਜੋ ਹੈ ਅਪਾਇੰਟ ਕੀਤਾ ਗਿਆ ਹੈ ਸੈਂਸਸ ਕਮਿਸ਼ਨਰ ਫॉर 16 ਐਡੀਸ਼ਨ ਆਫ ਸੈਂਸਸ, ਜੋ ਕਿ 2021 ਦੀ ਸੈਂਸਸ ਹੈ, ਉਸ ਲਈ ਵਿਵੇਕ ਜੋਸ਼ੀ ਨੂੰ ਅਪਾਇੰਟ ਕੀਤਾ ਗਿਆ ਹੈ ਸੈਂਸਸ ਕਮਿਸ਼ਨਰ। ਇਹ ਦੱਸਣਾ ਰਹਿ ਗਿਆ ਸੀਗਾ, ਇਸ ਨੂੰ ਨੋਟ ਕਰ ਲਿਓ। ਨੈਕਸਟ ਜੀ, ਠੀਕ ਹੈ ਜੀ। ਉਸ ਤੋਂ ਬਾਅਦ 2001 ਤੋਂ ਲੈ ਕੇ 2011 ਦੀ ਸੈਂਸਸ ਦੇ ਵਿੱਚ ਜੋ ਪੋਪੂਲੇਸ਼ਨ ਦਾ ਡਿਫਰੈਂਸ ਉਹ ਕਿੰਨਾ ਹੈ, 181 ਮਿਲੀਅਨ ਦੇ ਲਗਭਗ ਡਿਫਰੈਂਸ ਹੈ, ਠੀਕ ਹੈ ਜੀ, 2001 ਤੇ 2011 ਦੀ ਸੈਂਸਸ ਦੇ ਵਿੱਚ, ਠੀਕ ਹੈ, ਯਾਨੀ ਕਿ 181 ਮਿਲੀਅਨ ਪੋਪੂਲੇਸ਼ਨ, ਠੀਕ ਹੈ, ਇਨਕਰੀਜ਼ ਹੋ ਗਈ ਸੀ 2001 ਦੇ ਮੁਕਾਬਲੇ 2011 ਦੇ ਵਿੱਚ। ਇਹ ਆਪਣੇ ਯਾਦ ਰੱਖਣਾ ਹੈ। ਦੇਖੋ ਇੱਕ ਕੁਐਸਚਨ ਆ ਜਾਂਦਾ ਹੈ ਕਿ ਡਿਕੇਡਲ ਗਰੋਥ ਕਿੰਨੀ ਹੋਈ ਸੀ, ਮਤਲਬ ਕਿ 2001 ਤੋਂ ਲੈ ਕੇ 2011 ਜੋ ਇਹ 10 ਸਾਲ ਨੇ, 10 ਸਾਲ ਨੇ, ਇਸ ਵਿੱਚ ਕਿੰਨੀ ਗਰੋਥ ਹੋਈ ਸੀ। ਤਾਂ ਇਸ ਵਿੱਚ ਜੋ 10 ਸਾਲਾਂ ਦੇ ਵਿੱਚ ਗਰੋਥ ਹੋਈ ਹੈ ਉਹ ਹੈ 17.64%, ਠੀਕ ਹੈ, 17.64% ਜੋ ਗਰੋਥ ਹੋਈ ਹੈ 2001 ਤੋਂ ਲੈ ਕੇ 2011 ਤੱਕ ਦੀ। ਇਹ ਤੁਸੀਂ ਯਾਦ ਰੱਖਣੀ ਹੈ ਪਰਸੈਂਟੇਜ। ਡਿਕੇਡਲ ਗਰੋਥ ਯਾਨੀ ਕਿ 10 ਸਾਲ ਦੀ ਗਰੋਥ ਕਿੰਨੀ ਹੈ, 17.64% ਗਰੋਥ ਹੈ, ਠੀਕ ਹੈ, 10 ਸਾਲ ਦੀ। ਤੇ 2011 ਸੈਂਸਸ ਕਈ ਜੋ ਸੀਗੇ, ਕਈ ਪੁਆਇੰਟ ਸੀਗੇ, ਕਈ ਫੈਕਟ ਦੇ ਵਿੱਚ ਜੋ ਆਪਣੇ ਇਸ ਵਿੱਚ ਤੋਂ ਪਹਿਲਾਂ ਸੈਂਸਸ ਹੋਏ ਨੇ ਉਹਨਾਂ ਦੇ ਕੰਪੈਰੀਜ਼ਨ, ਠੀਕ ਹੈ ਜੀ, ਨਿਊ ਹੈ ਤੇ ਇਹਨਾਂ ਦੇ ਕੰਪੈਰੀਜ਼ਨ ਅਪਡੇਟਡ ਹੈ। ਕਿਉਂਕਿ ਦੂਸਰੇ ਜੋ ਵੀ 2001 ਤੱਕ ਦੇ ਸੈਂਸਸ ਸੀਗੇ ਉਸ ਵਿੱਚ ਸਿਰਫ ਮੇਲ ਤੇ ਫੀਮੇਲ ਪੋਪੂਲੇਸ਼ਨ ਨੂੰ ਹੀ ਐਡ ਕੀਤਾ ਜਾਂਦਾ ਸੀ, ਉਸ ਬਾਰੇ ਹੀ ਦੱਸਿਆ ਜਾਂਦਾ ਸੀ। ਬਟ 2011 ਦਾ ਸੈਂਸਸ ਇੱਕ ਐਸਾ ਸੈਂਸਸ ਸੀ ਜਿਸ ਵਿੱਚ ਫਸਟ ਟਾਈਮ ਜੋ ਥਰਡ ਜੈਂਡਰ ਹੈ, ਟਰਾਂਸਜੈਂਡਰ, ਉਸ ਨੂੰ ਵੀ, ਉਸਦੀ ਪੋਪੂਲੇਸ਼ਨ ਨੂੰ ਵੀ ਮੈਂਸ਼ਨ ਕੀਤਾ ਗਿਆ ਸੀਗਾ, ਠੀਕ ਹੈ, ਉਸਦੀ ਪੋਪੂਲੇਸ਼ਨ ਨੂੰ ਵੀ ਕਾਊਂਟ ਕੀਤਾ ਗਿਆ ਸੀ ਇੰਡੀਅਨ ਪੋਪੂਲੇਸ਼ਨ ਦੇ ਵਿੱਚ। ਤਾਂ ਟਰਾਂਸਜੈਂਡਰ ਪੋਪੂਲੇਸ਼ਨ ਵੀ ਹੈ ਜੋ ਫਸਟ ਟਾਈਮ ਕਿਸ ਵਿੱਚ ਕੰਡਕਟ ਕੀਤੀ ਗਈ ਸੀਗੀ, 2011 ਸੈਂਸਸ ਦੇ ਵਿੱਚ। ਤੇ ਜੋ ਅਫੀਸ਼ੀਅਲ ਕਾਊਂਟ ਹੈ ਥਰਡ ਜੈਂਡਰ ਦਾ, ਜੋ ਟਰਾਂਸਜੈਂਡਰ ਦਾ, ਉਹ ਕਿੰਨਾ ਹੈ, 4,90,000, ਠੀਕ ਹੈ। ਇਹ 2011 ਦੇ ਸੈਂਸਸ ਦੇ ਅਕੋਰਡਿੰਗ ਹੈ। 2011 ਦੇ ਸੈਂਸਸ ਦੇ ਅਕੋਰਡਿੰਗ ਇੰਡੀਆ ਦੇ ਵਿੱਚ 4,90,000 ਲੋਕ ਨੇ ਜੋ ਕਿ ਨੇ ਟਰਾਂਸਜੈਂਡਰ ਨੇਗੇ, ਠੀਕ ਹੈ ਜੀ। ਤੇ ਇਸ ਜੋ 2011 ਦਾ ਸੈਂਸਸ ਸੀ, 2011 ਦੇ ਸੈਂਸਸ ਉਹ 16 ਲੈਂਗੁਏਜ ਦੇ ਵਿੱਚ, 16 ਭਾਸ਼ਾਵਾਂ ਦੇ ਵਿੱਚ ਕਲੈਕਟ ਕੀਤੇ ਗਏ ਸੀਗੇ, ਠੀਕ ਹੈ ਜੀ। 16 ਭਾਸ਼ਾ ਦੇ ਵਿੱਚ ਇਸ ਦੇ ਡਾਟਾ ਨੂੰ ਕਲੈਕਟ ਕੀਤਾ ਗਿਆ ਸੀਗਾ 2011 ਦੇ ਸੈਂਸਸ ਦੇ ਵਿੱਚ। ਇਹ ਆਪਾਂ ਨੇ ਯਾਦ ਰੱਖਣਾ ਹੈ। 2011 ਦੇ ਵਿੱਚ ਫਸਟ ਟਾਈਮ ਇੰਡੀਆ ਤੇ ਬੰਗਲਾਦੇਸ਼ ਦੋਨਾਂ ਨੇ, ਠੀਕ ਹੈ ਜੀ,
ਕੰਡਕਟ ਕੀਤਾ ਸੀਗਾ ਜੋ ਸੈਂਸਿਸ ਦਾ ਡਾਟਾ ਸੀਗਾ ਬਾਰਡਰ ਏਰੀਆ ਦੇ ਵਿੱਚੋਂ। ਇੰਡੀਆ ਤੇ ਬੰਗਲਾਦੇਸ਼ ਨੇ ਦੋਨਾਂ ਨੇ ਮਿਲ ਕੇ ਕੰਡਕਟ ਕੀਤਾ ਸੀਗਾ, ਠੀਕ ਹੈ, ਡਾਟਾ ਜੋ ਆਪਣੇ ਬਾਰਡਰ ਏਰੀਆਜ਼ ਨੇ ਉਸ ਦੇ ਨਾਲ ਪਹਿਲੀ ਵਾਰ ਇਨ 2011 ਸੈਂਸਿਸ 2011 ਦੇ ਸੈਂਸਿਸ ਦੇ ਵਿੱਚ। ਤੁਸੀਂ ਯਾਦ ਰੱਖਣਾ ਹੈ ਕਿਹੜੀਆਂ ਦੋ ਕੰਟਰੀਜ਼ ਨੇ ਮਿਲ ਕੇ ਡਾਟਾ ਕੰਡਕਟ ਕੀਤਾ ਸੀ ਆਪਣੇ ਬਾਰਡਰ ਏਰੀਆ ਦੇ ਵਿੱਚੋਂ, ਇੰਡੀਆ ਐਂਡ ਬੰਗਲਾਦੇਸ਼ ਨੇ, ਠੀਕ ਹੈ, ਇੰਡੀਆ ਐਂਡ ਬੰਗਲਾਦੇਸ਼ ਨੇ ਕੰਡਕਟ ਕੀਤਾ ਸੀਗਾ। ਨੈਕਸਟ जो 15th एडिशन है, ठीक है, इंडियन सेंसिस ਦਾ ਮਤਲਬ ਕਿ 2011 ਦਾ ਜੋ ਸੈਂਸਿਸ ਹੈ ਉਹ 2 ਫੇਸਿਸ ਦੇ ਵਿੱਚ ਕੰਡਕਟ ਕੀਤਾ ਗਿਆ ਸੀ। ਇੱਕ ਸੀਗਾ ਹਾਊਸ ਲਿਸਟਿੰਗ ਫੇਸ ਐਂਡ ਦੂਸਰਾ ਸੀਗਾ ਪੋਪੂਲੇਸ਼ਨ ਐਨੋਰਮੇਸ਼ਨ ਫੇਸ। ਜੋ ਹਾਊਸ ਲਿਸਟਿੰਗ ਫੇਸ ਸੀ ਉਹ ਸਟਾਰਟ ਹੁੰਦਾ ਹੈ 1 ਅਪ੍ਰੈਲ 2010 ਦੇ ਵਿੱਚ। ਤੇ ਇਸ ਜੋ ਹਾਊਸ ਲਿਸਟਿੰਗ ਫੇਸ ਹੈ ਫਸਟ ਫੇਸ ਦੇ ਵਿੱਚ ਕੀ ਕੀਤਾ ਜਾਂਦਾ ਸੀ, ਜੋ ਸਾਰੀ ਇਨਫੋਰਮੇਸ਼ਨ ਕਲੈਕਟ ਕੀਤੀ ਜਾਂਦੀ ਹੈ ਆਲ ਬਿਲਡਿੰਗਸ ਦੇ ਰਿਲੇਟਡ, ਠੀਕ ਹੈ, ਸਾਰੀ ਜੋ ਬਿਲਡਿੰਗਸ ਨੇ ਉਸ ਦੇ ਰਿਲੇਟਡ ਵੀ ਇਨਫੋਰਮੇਸ਼ਨ ਕਲੈਕਟ ਕੀਤੀ ਜਾਂਦੀ ਹੈ ਫਸਟ ਫੇਸ ਦੇ ਵਿੱਚ। ਤੇ ਇਸ ਫਸਟ ਫੇਸ ਦੇ ਵਿੱਚ ਹੀ ਫਸਟ ਟਾਈਮ ਨੈਸ਼ਨਲ ਪੋਪੂਲੇਸ਼ਨ ਰਜਿਸਟਰ ਬਾਰੇ ਵੀ ਇਨਫੋਰਮੇਸ਼ਨ ਕਲੈਕਟ ਕੀਤੀ ਗਈ ਸੀ, ਠੀਕ ਹੈ। ਇਹ ਕਿਸ ਲਈ, ਜੋ ਆਪਣਾ ਆਧਾਰ ਕਾਰਡ ਬਣਿਆ ਹੈ 12 ਡਿਜਿਟ ਦਾ ਜੋ ਆਪਣਾ ਆਧਾਰ ਕਾਰਡ ਹੈ, ਠੀਕ ਹੈ ਜੀ, ਉਸ ਦੇ ਲਈ ਵੀ ਜੋ ਡਾਟਾ ਕਲੈਕਟ ਕੀਤਾ ਗਿਆ ਸੀ ਉਹ ਵੀ ਕਿਸ ਵਿੱਚ ਕੀਤਾ ਗਿਆ ਸੀ 2011 ਦੇ ਸੈਂਸਿਸ ਦੇ ਵਿੱਚ। ਨੈਸ਼ਨਲ ਪੋਪੂਲੇਸ਼ਨ ਰਜਿਸਟਰ क्वेश्चन आता है कि नैशनल पॉपुलेशन रजिस्टर फर्स्ट टाइम कदों कलैक्ट किया गया सी, इट वाज कलैक्टेड इन द फर्स्ट फेज ऑफ 2011 सेंसिस। ते नैशनल पॉपुलेशन रजिस्टर की है जो अपना 12 नंबर का आधार कार्ड बनया है उस दे लई जो सारी इन्फॉर्मेशन है वो इस दे विच कलैक्ट की गई है। ते तुसीं मैनूं दस्सोगे कि जो आधार कार्ड है वो किहड़ी, ठीक है, ऑर्गेनाइजेशन बनाउंदी है ते वो ऑर्गेनाइजेशन कदों एस्टैबलिश हुई सी, ये तुसीं मैनूं दस्सोगे कमेंट दे विच। नैक्सट जो सैकेंड फेज है, ठीक है, पॉपुलेशन एनोर्मनेशन का वो स्टार्ट होता है 9 to 28 फरवरी ਦੇ ਵਿੱਚ ਇਹ ਕੰਡਕਟ ਕੀਤਾ ਜਾਂਦਾ ਹੈ, ਠੀਕ ਹੈ, ਸੈਕੰਡ ਫੇਜ਼। ਤਾਂ ਯਾਦ ਰੱਖਣਾ ਹੈ ਕਿ 2011 ਦਾ ਸੈਂਸਸ ਹੈ 2 ਫੇਜ਼ ਦੇ ਵਿੱਚ ਹੋਇਆ ਸੀ, ਠੀਕ ਹੈ। ਤੇ ਇਸ ਵਿੱਚ ਜੋ ਇੰਪੋਰਟੈਂਟ ਗੱਲਾਂ ਕੀ ਨੇ, ਇੱਕ ਤਾਂ ਨੈਸ਼ਨਲ ਪੋਪੂਲੇਸ਼ਨ ਰਜਿਸਟਰ ਪਹਿਲੀ ਵਾਰ ਹੋਇਆ ਸੀਗਾ, ਠੀਕ ਹੈ ਜੀ, ਇਹ ਯਾਦ ਰੱਖਣਾ ਹੈ। ਨੈਕਸਟ 2011 ਸੈਂਸਸ ਦੇ ਵਿੱਚ ਫਸਟ ਟਾਈਮ ਜੋ ਬਾਇਓਮੈਟ੍ਰਿਕ ਇਨਫੋਰਮੇਸ਼ਨ ਹੈ ਉਸ ਨੂੰ ਵੀ ਯੂਜ਼ ਕੀਤਾ ਗਿਆ ਸੀ, ਠੀਕ ਹੈ। ਜੋ ਇਨਫੋਰਮੇਸ਼ਨ ਹੈ ਉਹ ਬਾਇਓਮੈਟ੍ਰਿਕ ਦੇ ਨਾਲ ਵੀ ਕਲੈਕਟ ਕੀਤੀ ਗਈ ਸੀ ਫਸਟ ਟਾਈਮ ਕਿਸ ਦੇ ਵਿੱਚ 2011 ਸੈਂਸਸ ਦੇ ਵਿੱਚ, ਠੀਕ ਹੈ। 2011 ਸੈਂਸਸ ਦੇ ਵਿੱਚ ਫਸਟ ਟਾਈਮ ਜੋ ਇਨਫੋਰਮੇਸ਼ਨ ਹੈ ਉਹ ਬਾਇਓਮੈਟ੍ਰਿਕਲੀ, ਠੀਕ ਹੈ, ਕਲੈਕਟ ਕੀਤੀ ਗਈ ਸੀਗੀ। ਤੇ ਇਸ ਸੈਂਸਸ ਦੇ ਵਿੱਚ ਲਗਭਗ 640 ਡਿਸਟ੍ਰਿਕਟ ਨੇ ਉਹਨਾਂ ਨੂੰ ਕਵਰ ਕੀਤਾ ਗਿਆ ਸੀ ਤੇ ਜੋ 6,40,867 ਵਿਲੇਜ ਨੇ ਉਹਨਾਂ ਨੂੰ ਕਵਰ ਕੀਤਾ ਗਿਆ ਸੀ। ਉਰੇ ਸੀਗੀ ਮੋਰ ਦੈਨ 6 ਲੱਖ, ਠੀਕ ਹੈ, ਮੋਰ ਦੈਨ 6 ਲੱਖ ਵਿਲੇजेस ਨੂੰ ਕਲੈਕਟ ਕੀਤੇ, ਉਸ ਦੇ ਵਿੱਚੋਂ ਜੋ ਸਾਰਾ ਡਾਟਾ ਹੈ ਉਸ ਨੂੰ ਕਲੈਕਟ ਕੀਤਾ ਗਿਆ ਸੀ। ਤੇ ਅਗਰ ਆਪਾਂ ਪੂਰਾ ਪੱਕਾ ਦੇਖੀਏ ਤਾਂ ਕਿਤਨਾ ਹੈ 6,40,867 ਨੇ, ਠੀਕ ਹੈ, ਵਿਲੇजेस ਨੇ ਜਿਨ੍ਹਾਂ ਵਿੱਚੋਂ ਡਾਟਾ ਕਲੈਕਟ ਕੀਤਾ ਗਿਆ ਸੀ। ਦੇਖੋ 2011 ਦੇ ਵਿੱਚ, ਠੀਕ ਹੈ, ਇਨਫੋਰਮੇਸ਼ਨ ਔਨ ਕਾਸਟ, ਮਤਲਬ ਕਿ ਜੋ ਕਾਸਟ ਸੈਂਸਸ ਹੈ, ਠੀਕ ਹੈ, ਕਾਸਟ ਸੈਂਸਸ ਹੈ ਉਸ ਨੂੰ ਵੀ, ਠੀਕ ਹੈ, ਕਰਿਆ ਗਿਆ ਸੀਗਾ 2011 ਦੇ ਸੈਂਸਸ ਦੇ ਵਿੱਚ। ਕਈ ਵਾਰ ਕੁਐਸਚਨ ਆਉਂਦਾ ਹੈ ਕਿ ਫਸਟ ਟਾਈਮ ਜੋ ਕਾਸਟ ਸੈਂਸਸ ਹੈ ਉਹ ਕਿਸ ਟਾਈਮ ਕੰਡਕਟ ਕੀਤਾ ਗਿਆ ਸੀ, ਤਾਂ ਫਸਟ ਟਾਈਮ ਇਟ ਵਾਸ ਕੰਡਕਟਡ ਇਨ, ਠੀਕ ਹੈ, 1931 ਡੂਰਿੰਗ ਬ੍ਰਿਟਿਸ਼ ਰੂਲ, ਠੀਕ ਹੈ, ਬ੍ਰਿਟਿਸ਼ ਰੂਲ ਦੇ ਟਾਈਮ 1931 ਦੇ ਵਿੱਚ ਕਾਸਟ ਸੈਂਸਸ ਨੂੰ ਕੰਡਕਟ ਕੀਤਾ ਗਿਆ ਸੀਗਾ ਫਸਟ ਟਾਈਮ। ਤੇ 2011 ਦਾ ਜੋ ਕਾਸਟ ਸੈਂਸਸ ਹੈ, ਠੀਕ ਹੈ, ਇਹ ਕੀਤਾ ਗਿਆ ਸੀ 29 ਜੂਨ 2011 ਦੇ ਵਿੱਚ, 29 ਜੂਨ 2011 ਦੇ ਵਿੱਚ ਕੀਤਾ ਗਿਆ ਸੀ, ਠੀਕ ਹੈ। ਸਟਾਰਟ ਤੇ ਇਹ ਕਿਸ ਜਗ੍ਹਾ ਤੋਂ ਸਟਾਰਟ ਹੋਇਆ ਸੀ, ਇਟ ਵਾਸ ਸਟਾਰਟਡ ਫਰੋਮ ਤ੍ਰਿਪੁਰਾ, ਠੀਕ ਹੈ, ਇਹ ਤ੍ਰਿਪੁਰਾ ਤੋਂ ਸਟਾਰਟ ਹੋਇਆ ਸੀ। ਤੇ ਤ੍ਰਿਪੁਰਾ ਦੇ ਵਿੱਚ ਇੱਕ ਵਿਲੇਜ ਹੈ ਜਿਸ ਦਾ ਨਾਮ ਹੈ ਸਨਖੋਲਾ ਵਿਲੇਜ, ਠੀਕ ਹੈ, ਸਨਕੋਲਾ ਵਿਲੇਜ, ਇਸ ਜਗ੍ਹਾ ਤੋਂ ਇਹ ਜੋ ਹੈ ਸੈਂਸਸ ਸਟਾਰਟ ਕੀਤਾ ਗਿਆ ਸੀਗਾ ਕਾਸਟ ਸੈਂਸਸ। ਇਹ ਆਪਾਂ ਨੇ ਯਾਦ ਰੱਖਣਾ ਹੈ, ਮਤਲਬ ਕਿ 2011 ਦੇ ਵਿੱਚ ਕੀ, ਠੀਕ ਹੈ, ਡਿਫਰੈਂਟ ਕੀਤਾ ਗਿਆ ਸੀਗਾ 2001 ਦੇ ਸੈਂਸਸ ਦੇ ਮੁਕਾਬਲੇ। ਇਸ ਵਿੱਚ ਕਾਸਟ ਸੈਂਸਸ ਨੂੰ ਵੀ, ਠੀਕ ਹੈ, ਐਡ ਕੀਤਾ ਗਿਆ ਸੀਗਾ। ਤੇ ਫਸਟ ਟਾਈਮ ਜੋ ਕਾਸਟ ਸੈਂਸਸ ਹੋਏ ਸੀ ਉਹ ਹੋਏ ਸੀ 1931 ਦੇ ਵਿੱਚ। ਨੈਕਸਟ 2011 ਦੀ ਜੋ ਸੈਂਸਸ ਹੈ ਉਸ ਦੇ ਵਿੱਚ ਕਿਸ ਸਟੇਟ ਨੇ, ਠੀਕ ਹੈ, ਨੈਗੇਟਿਵ ਪੋਪੂਲੇਸ਼ਨ ਦਿਖਾਈ ਸੀਗੀ, ਨੈਗੇਟਿਵ ਪੋਪੂਲੇਸ਼ਨ ਫੇਸ ਕੀਤੀ ਸੀ, ਇਟ ਵਾਸ ਨਾਗਾਲੈਂਡ। ਨਾਗਾਲੈਂਡ ਵਾਸ ਦਾ ਸਟੇਟ ਵਿਚ ਹੈਜ਼ ਨੈਗੇਟਿਵ ਪੋਪੂਲੇਸ਼ਨ ਗਰੋਥ ਅਕੋਰਡਿੰਗ ਟੂ 2011 ਸੈਂਸਸ, ਠੀਕ ਹੈ। ਤੇ ਇਸ ਦੇਖੋ ਇਹ ਤਾਂ ਹੈ ਕਿਸ ਨੇ ਨੈਗੇਟਿਵ ਦਿਖਾਈ ਸੀ ਜਿਸ ਵਿੱਚ ਪੋਪੂਲੇਸ਼ਨ ਘਟੀ ਸੀਗੀ ਐਜ਼ ਕੰਪੈਰੀਜ਼ਨ 2001 ਦੇ। ਤੇ ਮੇਘਾਲਿਆ ਉਹ ਸਟੇਟ ਸੀ ਜਿਸ ਵਿੱਚ ਸਭ ਤੋਂ ਜ਼ਿਆਦਾ ਪੋਜ਼ਿਟਿਵ ਪੋਪੂਲੇਸ਼ਨ ਗਰੋਥ, ਠੀਕ ਹੈ, ਦਰਜ ਕੀਤੀ ਗਈ ਸੀ 2011 ਦੇ ਵਿੱਚ 2001 ਦੇ ਕੰਪੈਰੀਜ਼ਨ,
ठीक है। याद रखना है कि नागालैंड ऐसी स्टेट सी जिस विच सब तो घट पॉपूलेशन ग्रोथ ਜਾਂ कह दी कि नैगेटिव पॉपूलेशन ग्रोथ दर्ज की गई सी ते मेघालय ऐसी स्टेट सी जिस विच सब तो ज़्यादा पॉपूलेशन जो पॉजिटिव पॉपूलेशन ग्रोथ है वो दर्ज की गई सी। ਇਹ ਤਾਂ ਗੱਲ ਸੀ स्टेट ਦੀ। उस प्रकार आ जाती है यूटी जिस विच नैगेटिव पॉपूलेशन ग्रोथ दर्ज की गई सी वो सीगी लक्षद्वीप ते दादरा एंड नगर हवेली वो यूटी सी जिस विच ठीक है पॉजिटिव पॉपूलेशन ग्रोथ रेट जो दर्ज किया गया सीगा। नेक्स्ट दिल्ली ऐसी यूटी है या दिल्ली इंडिया का ऐसा पार्ट है जिस सब तो ज़्यादा अर्बन पॉपूलेशन मिलती है 2011 के सेंसस के अकॉर्डिंग। ठीक है 2011 के सेंसस के अकॉर्डिंग दिल्ली के सब तो ज़्यादा अर्बन पॉपूलेशन मिलती है। ठीक है जी, ये याद रखना है। हुण अगर पूछा जाए कि परसेंटेज पूछ लैन अर्बन पॉपूलेशन की कितनी परसेंट है, ठीक है 2011 के सेंसस के अकॉर्डिंग वो कितनी है 31.16%। 31.16% अर्बन पॉपूलेशन है इंडिया के विच ते 68.84% 68.84% पॉपूलेशन केड़ी है रूरल पॉपूलेशन। ठीक है जो पेंडू पॉपूलेशन है वो है 68.84% ते जो शहरी पॉपूलेशन है वो कितनी है 31.16%। ये याद रखना है। तो ये तो है कई बार सिंपल पेपर आ जाता है कि विच जो एरिया या विच स्टेट है ठीक है जी मैक्सीमम अर्बन पॉपूलेशन आप लाए होना दिल्ली, बट कई बार जो अगर हाई लैवल पेपर देखते हैं तो वो थोड़ा एक तरह नाल ठीक है अरेंज करना भी लगा देंगे। अरेंज करो 5 यूटी या 5 स्टेट्स नूं कि जिस दी एरिया जिस दे विच अर्बन पॉपूलेशन ज़्यादा है तो उसनूं एक बार आप चैक कर लैंदे हां। सब तो ज़्यादा जो है वो दिल्ली दे विच है अर्बन पॉपूलेशन। दिल्ली तो बाद है गोवा दे विच, गोवा तो बाद है मिजोरम दे विच, ठीक है मिजोरम दे विच, मिजोरम तो बाद है तमिलनाडु दे विच, तमिलनाडु तो बाद है केरला एंड केरला तो बाद है महाराष्ट्र। ठीक है महाराष्ट्र ये तुसीं यूटी या स्टेट्स ने इन्होंने याद रखना है। ठीक है जिस विच सब तो अगर आ जाए कि यूटी जिस विच अर्बन पॉपूलेशन ज़्यादा है दिल्ली, अगर स्टेट जिस विच अर्बन पॉपूलेशन ज़्यादा है गोवा। ठीक है जी गोवा। अगर वैसे ही कंपैरिजन आ जाए कि सब नूं एक ऑर्डर दे विच लगाओ डिसेंडिंग या असेंडिंग ऑर्डर विच तो याद रखना है कि दिल्ली सब तो ऊपर, फिर गोवा, फिर मिजोरम, तमिलनाडु, केरला एंड लास्ट इज महाराष्ट्र। ठीक है उस तो बाद होंदा है लिटरेसी रेट। देखो मैं इस उरे ही दसन लगा इंडिया की लिटरेसी रेट कितनी है या अगर तुसीं वो सब देखना है तो तुसीं भारत एक जान पछाण जो मैं तुहानूं पहलां भी दस्सिआ उस वीडियो 2 वीडियोज़ ने वो उसनूं तुसीं चैक कर सकते हो। उसका तुहानूं जो लिंक है डिस्क्रिप्शन दे विच मिल जाएगा। उस विच जो इंडिया के रिलेटेड सारे फैक्ट ने 2011 सेंसस के अकॉर्डिंग वो सारे ठीक है कवर किए हुए हैं। इस विच आपां सिर्फ हिस्टरी है या जो इंपोर्टेंट फैक्ट जो उस विच नहीं कवर होए उरे मैनूं न्यू मिले ने उन्होंने मैं कवर किया है। ठीक है ज़्यादा जो फैक्ट कवर करना चाहते हो किस स्टेट की सब तो ज़्यादा लिटरेसी रेट है, किसका घट है, किस दी पॉपूलेशन वाइज वड्डी यूटी है, जो ठीक है स्टेट वड्डी है, वो सारा उस इंडिया के रिलेटेड जो फैक्ट ने उस कवर किया गया है। इंट्रोडक्शन ऑफ इंडिया भारत एक जान पछाण उस वीडियो का नाम है, उस लैक्चर का नाम है, उसमें तुसीं देख सकते हो। तो इत्थे की आउंदा है कि दादरा एंड नगर हवेली है उसने सब तो हाईएस्ट इनक्रीज दर्ज करवाया सीगा लिटरेसी रेट दे विच, यानी कि 2001 के कंपैरिजन 2001 के कंपैरिजन 2011 विच जिस यूटी दे विच सब तो ज़्यादा ठीक है इनक्रीज पाया गया है लिटरेसी रेट दे विच वो किहड़ी सी दादरा नगर हवेली। दादरा नगर हवेली दे विच सब तो ज़्यादा इनक्रीज पाया गया है लिटरेसी रेट। उसी प्रकार अगर स्टेट दे विच देखिए तो बिहार एक ऐसी स्टेट सी जिस विच 2001 के कंपैरिजन 2011 विच सब तो ज़्यादा इनक्रीज पाया गया है इन लिटरेसी रेट। ठीक है सब तो ज़्यादा लिटरेसी रेट दे विच जो सब तो ज़्यादा किस विच देखा गया है बिहार दे विच। याद रखना है कि 2001 के कंपैरिजन 2011 विच सब तो ज़्यादा जो लिटरेसी रेट किस यूटी विच दिखा है दादरा नगर हवेली ते किस स्टेट विच दिखा है बिहार विच। अगर आ जाए कि इंडिया का लिटरेसी रेट कितना है ठीक है तो 74.04%। ठीक है ये लिटरेसी रेट है इंडिया का 2011 की सेंसस के अकॉर्डिंग। अगर आ जाए कि मेल लिटरेसी रेट कितना है, मेल लिटरेसी रेट है इंडिया का 82.14%। ठीक है 82.14% एंड फीमेल है जो वो है 65.46%। ठीक है फीमेल है 65.46% ते मेल है 82.14%। उस तो बाद देखो एक कमीशन बनाया जाता है जिसका नाम है नैशनल कमीशन ऑन पॉपूलेशन। ठीक है नैशनल कमीशन ऑन पॉपूलेशन क्वेश्चन होता है कि नैशनल कमीशन ऑन पॉपूलेशन को कौन हैड करता है तो इट वाज हेडेड बाय प्राइम मिनिस्टर। ठीक है तो इस वक्त जो प्राइम मिनिस्टर कौन ने नरेंद्र मोदी। ठीक है नरेंद्र मोदी इस टाइम इंडिया के प्राइम मिनिस्टर ने ते वो ही हैड करते हैं नैशनल कमीशन ऑन पॉपूलेशन।
ਤੇ ਜੋ ਨੈਸ਼ਨਲ ਕਮਿਸ਼ਨ ਔਨ ਪੋਪੂਲੇਸ਼ਨ ਸੀ ਇਹ ਜੋ ਇਸਟੈਬਲਿਸ਼ ਹੋਇਆ ਸੀ, ਇਹ ਬਣਿਆ ਸੀ, ਇਹ ਹੋਇਆ ਸੀ 11 ਮਈ, ਠੀਕ ਹੈ 11 ਮਈ 2000 ਦੇ ਵਿੱਚ, ਠੀਕ ਹੈ 11 ਮਈ 2000 ਦੇ ਵਿੱਚ ਇਹ ਇਸਟੈਬਲਿਸ਼ ਹੋਇਆ ਸੀਗਾ, ਫਾਰਮੇਸ਼ਨ ਹੋਈ ਸੀ ਇਸ ਦੀ ਨੈਸ਼ਨਲ ਕਮਿਸ਼ਨ ਔਨ ਪੋਪੂਲੇਸ਼ਨ। ਤਾਂ ਯਾਦ ਰੱਖਣਾ ਹੈ ਕਿ ਨੈਸ਼ਨਲ ਕਮਿਸ਼ਨ ਔਨ ਪੋਪੂਲੇਸ਼ਨ ਨੂੰ ਕੌਣ ਹੈਡ ਕਰਦਾ ਹੈ? ਪ੍ਰਾਈਮ ਮਿਨਿਸਟਰ ਇਸ ਨੂੰ ਹੈਡ ਕਰਦਾ ਹੈ। ਤੇ ਅਗਰ ਵਰਲਡ ਦੀ ਹਿਸਟਰੀ ਵਿੱਚ, ਜੋ ਵਰਲਡ ਦੀ ਮਾਡਰਨ ਹਿਸਟਰੀ ਹੈ ਉਸ ਵਿੱਚ ਜੋ ਆਇਆ ਕਿ ਸਭ ਤੋਂ ਫਸਟ ਕੰਟਰੀ ਕਿਹੜੀ ਹੈ ਜਿਸ ਨੇ ਸੈਂਸਿਸ ਕੰਡਕਟ ਕਰਵਾਏ ਸੀ, ਤਾਂ ਇਟ ਵਾਜ਼ ਅਮਰੀਕਾ। ਅਮਰੀਕਾ ਨੇ ਸਭ ਤੋਂ ਫਸਟ ਟਾਈਮ ਸੈਂਸਿਸ ਕੰਡਕਟ ਕਰਾਏ ਨੇ ਇਨ ਮਾਡਰਨ ਹਿਸਟਰੀ, ਠੀਕ ਹੈ ਜੀ। ਵਰਲਡ ਦੀ ਮਾਡਰਨ ਹਿਸਟਰੀ ਵਿੱਚ ਅਮਰੀਕਾ ਇੱਕ ਐਸਾ ਦੇਸ਼ ਹੈ ਜਿਸ ਨੇ ਸਭ ਤੋਂ ਫਸਟ ਟਾਈਮ ਜਨਗਣਨਾ ਕਰਵਾਈ ਹੈ ਆਪਣੇ, ਠੀਕ ਹੈ ਜੀ। ਤਾਂ ਇਹ ਆਪਾਂ ਨੇ ਯਾਦ ਰੱਖਣਾ ਹੈ ਕਿ ਵਿਚ ਕੰਟਰੀ ਕੰਡਕਟਡ ਫਸਟ ਐਵਰ ਸੈਂਸਿਸ ਇਨ ਮਾਡਰਨ ਹਿਸਟਰੀ, ਡੈਟ ਇਜ਼ ਅਮਰੀਕਾ, ਠੀਕ ਹੈ। ਅਮਰੀਕਾ ਨੇ ਇਹ ਕਰਵਾਇਆ। ਨੈਕਸਟ ਦੇਖੋ 2011 ਦੀ ਸੈਂਸਿਸ ਦੇ ਅਕੋਰਡਿੰਗ, ਠੀਕ ਹੈ, ਸ਼ਡਿਊਲ ਕਾਸਟ ਐਂਡ ਸ਼ਡਿਊਲਡ ਟ੍ਰਾਈਬ ਦਾ ਜੋ ਕੰਟਰੀਬਿਊਸ਼ਨ ਹੈ ਜਾਂ ਕਿੰਨੀ ਟੋਟਲ ਇੰਡੀਅਨ ਪੋਪੂਲੇਸ਼ਨ ਦਾ ਪਾਰਟ ਕਿੰਨਾ ਹੈ, ਤਾਂ ਇਨ ਟੋਟਲ ਇੰਡੀਅਨ ਪੋਪੂਲੇਸ਼ਨ ਦਾ ਜੋ 16.2%, ਠੀਕ ਹੈ ਪਾਰਟ ਹੈ ਉਹ ਕਿਹੜੀ ਹੈ? ਸ਼ਡਿਊਲ ਕਾਸਟ ਹੈ। ਤੇ ਜੋ 8.2% ਪਾਰਟ ਹੈ ਉਹ ਕਿਹੜਾ ਹੈ? ਸ਼ਡਿਊਲਡ ਟ੍ਰਾਈਬ ਹੈ। ਤਾਂ ਯਾਦ ਰੱਖਣਾ ਕਿ ਐਸਸੀ ਪੋਪੂਲੇਸ਼ਨ ਕਿੰਨੀ ਹੈ ਪੂਰੇ ਇੰਡੀਆ ਦੇ ਵਿੱਚ? ਉਹ ਹੈ 16.2%। ਤੇ ਸ਼ਡਿਊਲਡ ਟ੍ਰਾਈਬ, ਠੀਕ ਹੈ, ਪੋਪੂਲੇਸ਼ਨ ਕਿੰਨੀ ਹੈ? ਤਾਂ ਉਹ ਹੈ 8.2%। ਇਹ ਯਾਦ ਰੱਖਣੀ ਹੈ। ਇਸ ਤੋਂ ਬਾਅਦ ਹੁੰਦੀ ਹੈ ਰਿਲੀਜੀਅਸ ਪੋਪੂਲੇਸ਼ਨ, ਠੀਕ ਹੈ। ਰਿਲੀਜੀਅਸ ਪੋਪੂਲੇਸ਼ਨ ਹਾਈ ਲੈਵਲ ਪੇਪਰ ਦੇ ਪੁੱਛ ਲੈਂਦੇ ਨੇ ਕਿ ਹਿੰਦੂਇਜ਼ਮ ਦੀ ਪੋਪੂਲੇਸ਼ਨ ਕਿੰਨੀ ਹੈ 2011 ਦੀ ਸੈਂਸਿਸ ਦੇ ਅਕੋਰਡਿੰਗ, ਇਸਲਾਮ ਦੀ ਕਿੰਨੀ ਹੈ? ਤਾਂ ਜੋ ਹਿੰਦੂਇਜ਼ਮ ਦੀ ਪੋਪੂਲੇਸ਼ਨ ਹੈ, ਠੀਕ ਹੈ, 2011 ਦੇ ਸੈਂਸਿਸ ਦੇ ਅਕੋਰਡਿੰਗ ਉਹ ਹੈ 79.80%। 79.80% ਇੰਡੀਅਨ ਪੋਪੂਲੇਸ਼ਨ ਦਾ, ਠੀਕ ਹੈ ਜੀ, ਇੱਕ ਤਰ੍ਹਾਂ ਨਾਲ ਤੁਸੀਂ ਕਹੋ 80% ਜੋ ਹਿੱਸਾ ਹੈ ਉਹ ਕਿਹੜੀ ਹੈ? ਹਿੰਦੂਇਜ਼ਮ। ਪਰ ਤੁਸੀਂ ਇਸ ਨੂੰ ਫੁੱਲੀ ਯਾਦ ਰੱਖਣਾ ਹੈ, ਠੀਕ ਹੈ ਜੀ, ਕਿ 79.80% ਕੀ ਹੈ? ਹਿੰਦੂਇਜ਼ਮ ਹੈ ਭਾਰਤ ਦੇ ਵਿੱਚ। ਉਸ ਤੋਂ ਬਾਅਦ ਜੋ ਦੂਜੇ ਨੰਬਰ ਤੇ ਆਉਂਦਾ ਇਸਲਾਮ 14.23%, ਫਿਰ ਆਉਂਦਾ ਹੈ ਕ੍ਰਿਸਚੀਅਨਿਟੀ 2.30%, ਚੌਥੇ ਨੰਬਰ ਤੇ ਆਉਂਦਾ ਹੈ ਸਿੱਖੀਜ਼ਮ 1.72%। ਇਸ ਤਰ੍ਹਾਂ ਨੇਗੀਆਂ, ਠੀਕ ਹੈ, ਨੀਚੇ। ਇੱਕ ਤੁਸੀਂ ਯਾਦ ਕਰਨਾ ਹੈ, ਇੱਕ ਵਾਰ ਪੰਜਾਬ ਦੇ ਪੇਪਰ ਵਿੱਚ ਆਇਆ ਸੀ ਕਿ ਇਸ ਬਾਰੇ, ਠੀਕ ਹੈ, ਇਸ ਨੂੰ ਕਿਹਾ ਜਾਂਦਾ ਹੈ ਪਾਰਸੀ, ਜੋ ਪਾਰਸੀ ਹੁੰਦੇ ਨੇ, ਠੀਕ ਹੈ। ਤਾਂ ਪੁੱਛਿਆ ਜਾਂਦਾ ਹੈ ਕਿ ਜੋ ਇਹ ਰਿਲੀਜਨ ਹੈ ਕਿਸ ਦੀ ਪੂਜਾ ਕਰਦਾ ਹੈ? ਤਾਂ ਇਹ ਰਿਲੀਜਨ ਪੂਜਾ ਕਰਦਾ ਹੈ ਫਾਇਰ ਦੀ, ਠੀਕ ਹੈ। ਜੋ ਪਾਰਸੀ ਲੋਕ ਨੇ ਉਹ ਅੱਗ ਦੀ ਪੂਜਾ ਕਰਦੇ ਨੇ, ਠੀਕ ਹੈ। ਦੇ ਵਰਸ਼ਿਪਡ ਫਾਇਰ, ਇਹ ਤੁਸੀਂ ਯਾਦ ਰੱਖਣਾ ਹੈ, ਠੀਕ ਹੈ। ਇਹ ਤਾਂ ਸੀ ਸਾਰਾ ਪੋਪੂਲੇਸ਼ਨ ਜੋ ਸੀ ਔਨ ਦਾ ਸੈਂਸਿਸ ਔਨ ਦਾ ਬੇਸਿਸ ਆਫ ਪੋਪੂਲੇਸ਼ਨ। ਇੱਕ ਆਪਾਂ ਨੇ ਹੋਰ ਪੜ੍ਹਿਆ ਸੀ ਕਿ ਇੱਕ ਇਕਨੋਮਿਕ ਸੈਂਸਿਸ ਹੁੰਦਾ ਹੈ, ਤਾਂ ਇਸ ਦੇ ਬਾਰੇ ਵੀ ਆਪਾਂ ਪੜ੍ਹ ਲੈਂਦੇ ਹਾਂ ਥੋੜਾ ਮੋਟਾ। ਦੇਖੋ 1976 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਲਾਂਚਡ ਏ ਪਲਾਨ ਸਕੀਮ, ਠੀਕ ਹੈ। 1976 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਡਿਸਾਈਡ ਕੀਤਾ ਕਿ ਇੱਕ ਸਰਵੇ ਕੀਤਾ ਜਾਵੇ ਜਾਂ ਜਿਸ ਨੂੰ ਕੀ ਕਿਹਾ ਗਿਆ ਕਿ ਇਕਨੋਮਿਕ ਸੈਂਸਿਸ ਕੀਤਾ ਜਾਵੇ, ਠੀਕ ਹੈ। ਇਨਕਮ ਦੇ ਰਿਲੇਟਡ ਇੱਕ ਜਨਗਣਨਾ ਕੀਤੀ ਜਾਵੇ। ਤਾਂ ਕਦੋਂ ਸਟਾਰਟ ਕੀਤਾ ਗਿਆ ਸੀ? 1976 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਇੱਕ ਡਿਸਾਈਡ ਕੀਤਾ ਸੀ ਕਿ ਆਪਾਂ ਨੇ ਇਸ ਨੂੰ ਸਟਾਰਟ ਕਰਨਾ ਹੈ। ਤਾਂ ਜੋ ਫਸਟ ਟਾਈਮ, ਠੀਕ ਹੈ, ਇਕਨੋਮਿਕ ਸੈਂਸਿਸ ਹੋਇਆ ਸੀ ਉਹ ਕਦੋਂ ਹੋਇਆ ਸੀ? ਇਟ ਵਾਜ਼ ਕੰਡਕਟਡ ਇਨ 1977। 1977 ਦੇ ਵਿੱਚ ਫਸਟ ਟਾਈਮ ਜੋ ਇਕਨੋਮਿਕ ਸੈਂਸਿਸ ਹੈ ਉਸ ਨੂੰ ਕੰਡਕਟ ਕਰਵਾਇਆ ਗਿਆ ਸੀ। ਤੇ ਇਕਨੋਮਿਕ ਸੈਂਸਿਸ ਨੂੰ ਕੰਡਕਟ ਕੌਣ ਕਰਦਾ ਹੈ? ਸੈਂਟਰਲ ਸਟੈਟਿਸਟੀਕਲ ਆਰਗੇਨਾਈਜੇਸ਼ਨ, ਠੀਕ ਹੈ। ਸੈਂਟਰਲ ਸਟੈਟਿਸਟੀਕਲ ਆਰਗੇਨਾਈਜੇਸ਼ਨ ਇਸ ਨੂੰ ਕੰਡਕਟ ਕਰਦੀ ਹੈ। ਤਾਂ ਦੇਖੋ ਟੋਟਲ 7 ਵਾਰ ਜੋ ਹੈ ਇਹ ਇਕਨੋਮਿਕ ਸੈਂਸਿਸ ਹੋਇਆ ਹੈ ਤੇ ਲੇਟੈਸਟ ਜੋ ਹੈ ਉਹ 2019 ਦੇ ਵਿੱਚ ਹੋਇਆ ਹੈ। ਤਾਂ ਆਪਾਂ ਨੇ ਯਾਦ ਰੱਖਣਾ ਹੈ ਕਿ ਫਸਟ ਇਕਨੋਮਿਕ ਸੈਂਸਿਸ ਹੋਇਆ ਸੀ 1977 ਦੇ ਵਿੱਚ, ਸੈਕੰਡ ਹੋਇਆ ਸੀ 1980 ਦੇ ਵਿੱਚ, ਥਰਡ ਹੋਇਆ ਸੀ 1990 ਦੇ ਵਿੱਚ, ਠੀਕ ਹੈ। ਫੋਰਥ ਹੋਇਆ ਸੀ 1998, ਫਿਫਥ ਹੋਇਆ ਸੀ 2005 ਦੇ ਵਿੱਚ, ਸਿਕਸਥ 2013 ਐਂਡ ਸੈਵਨਥ ਐਂਡ ਲੇਟੈਸਟ ਹੈ ਉਹ ਹੋਇਆ ਹੈ 2019 ਦੇ ਵਿੱਚ। ਤੇ ਜੋ ਹੈ 2019 ਦਾ, ਠੀਕ ਹੈ, ਇਕਨੋਮਿਕ ਸੈਂਸਿਸ ਹੈ ਇਟ ਵਾਜ਼ ਸਟਾਰਟਡ ਫਰੋਮ ਤ੍ਰਿਪੁਰਾ, ਤੇ ਇਹ ਤ੍ਰਿਪੁਰਾ ਤੋਂ ਸਟਾਰਟ ਕੀਤਾ ਗਿਆ ਹੈ, ਠੀਕ ਹੈ। ਤਾਂ ਇਹ ਸੀ ਆਪਣਾ ਸਾਰਾ ਲੈਕਚਰ ਜੋ ਜਨਗਣਨਾ ਸੈਂਸਿਸ ਦੇ ਉੱਤੇ ਸੀ। ਇਸ ਵਿੱਚ ਜੋ ਸੈਂਸਿਸ ਦੀ ਸਾਰੀ ਹਿਸਟਰੀ ਹੈ ਇਸ ਨੂੰ ਤੁਹਾਡੇ ਨਾਲ, ਠੀਕ ਹੈ, ਡਿਸਕਸ ਕੀਤਾ ਗਿਆ ਹੈ। ਅਗਰ ਤੁਹਾਨੂੰ ਸਾਡਾ ਇਹ ਲੈਕਚਰ ਪਸੰਦ ਆਇਆ ਤਾਂ ਇਸ ਨੂੰ ਲਾਈਕ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਠੀਕ ਹੈ। ਤੇ ਸਾਡਾ ਜੋ ਸਬਸਕ੍ਰਾਈਬ ਕਰਨ ਲਈ ਜੋ ਇਹ ਰੈੱਡ ਬੈਲ ਦਿਖ ਰਹੀ ਹੈ ਇਸ ਨੂੰ, ਠੀਕ ਹੈ, ਪ੍ਰੈਸ ਕਰੋ, ਤੇ ਜਿਸ ਦੇ ਨਾਲ ਤੁਹਾਨੂੰ ਸਾਡੇ ਆਉਣ ਵਾਲੇ ਫਿਊਚਰ ਦੇ ਵਿੱਚ ਜੋ ਨਿਊ ਲੈਕਚਰਸ ਨੇ ਉਸ ਦੇ ਬਾਰੇ ਵੀ ਪਤਾ ਲੱਗਦਾ ਰਹੇਗਾ।